ਹੈਲੋ ਦੋਸਤੋ, ਤੁਹਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵਿੱਚ ਹਾਰਦਿਕ ਸਵਾਗਤ ਕੀਤਾ ਜਾਂਦਾ ਜੀ। ਤੇ ਆਪਣਾ ਸਪੈਸ਼ਲ ਬੈਚ ਜੋ ਪੰਜਾਬ ਪੁਲਿਸ ਦਾ ਚੱਲ ਰਿਹਾ ਸੀ, ਉਸ ਦੇ ਵਿੱਚ ਪੰਜਾਬੀ ਗ੍ਰਾਮਰ ਆਪਾਂ ਕਰ ਰਹੇ ਸੀਗੇ, ਜਿਸ ਦੇ ਵਿੱਚ ਅੱਜ ਦਾ ਟੌਪਿਕ ਰਹੇਗਾ ਰਾਜੇ ਅਖੌਤਾਂ, ਜਿਸ ਨੂੰ ਆਪਾਂ ਅਖਾਣ ਵੀ ਕਹਿ ਦਿੰਦੇ ਹਾਂ। ਅਖਾਣ ਸ਼ਬਦ ਵੀ ਇਸ ਦੇ ਲਈ ਵਰਤਦੇ ਆਪਾਂ, ਤੇ ਕਹਾਵਤ ਵੀ ਕਹਿੰਦੇ ਆ ਇਸਨੂੰ। ਠੀਕ ਹੈ, ਇਹ ਵਾਲਾ ਟੌਪਿਕ ਤੁਹਾਨੂੰ ਸਿਲੇਬਸ ਦੇ ਵਿੱਚ ਦਿੱਤਾ ਹੋਇਆ, ਠੀਕ ਹੈ, ਜੋ ਕਿ ਬਹੁਤ ਹੀ ਇੰਟਰਸਟਿੰਗ ਟੌਪਿਕ ਹੈ। ਤੇ ਜਦੋਂ ਇਸ ਟੌਪਿਕ ਨੂੰ ਤੁਸੀਂ ਪੜ੍ਹੋਗੇ ਤੇ ਇਸ ਦੇ ਅਰਥਾਂ ਨੂੰ ਸਮਝੋਗੇ, ਤੁਹਾਨੂੰ ਬਹੁਤ ਹੀ ਮਤਲਬ ਕਿ ਇੱਕ ਅਲੱਗ ਹੀ ਫੀਲ ਹੋਊਗਾ। ਤਾਂ ਜਿਹੜਾ ਇਹ ਵਾਲਾ ਟੌਪਿਕ ਆ, ਅਖਾਣ ਦਾ ਟੌਪਿਕ ਹੈ, ਤੁਸੀਂ ਧਿਆਨ ਨਾਲ ਸਮਝਣਾ, ਕਿਉਂਕਿ ਇਸ ਦੇ ਵਿੱਚੋਂ ਐਗਜ਼ਾਮ ਦੇ ਵਿੱਚ ਤੁਹਾਨੂੰ 2 ਤੋਂ 3 ਪ੍ਰਸ਼ਨ ਨੇ ਜਿਹੜੇ, ਜਾਂ ਫਿਰ 2 ਕੁਐਸਚਨ ਦਾ ਜ਼ਰੂਰ ਦੇਖਣ ਨੂੰ ਮਿਲਣਗੇ ਰਾਜੇ। ਤਾਂ ਤੁਸੀਂ ਇਸ ਟੌਪਿਕ ਨੂੰ ਚੰਗੀ ਤਰ੍ਹਾਂ ਸਮਝਣਾ। ਠੀਕ ਹੈ, ਵੀਡੀਓ ਨੂੰ ਐਂਡ ਤੱਕ ਸੁਣਨਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਠੀਕ ਹੈ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਕਰਨਾ। ਠੀਕ ਹੈ, ਗੱਲ ਕਰਦੇ ਹਾਂ ਅਖੌਤਾਂ ਦੀ, ਜਿਸ ਨੂੰ ਅਖਾਣ ਵੀ ਕਹਿੰਦੇ ਆ। ਠੀਕ ਹੈ, ਇਸ ਦਾ ਅਰਥ ਜਾਣਾਂਗੇ। ਮੁਹਾਵਰੇ ਤੇ ਅਖੌਤਾਂ ਯਾਨੀ ਕਿ ਅਖਾਣਾਂ ਦਾ ਮੁਹਾਵਰਿਆਂ ਨਾਲੋਂ ਕੀ ਫਰਕ ਹੈ, ਉਸ ਨੂੰ ਜਾਣਾਂਗੇ। ਕਈ ਬੱਚੇ ਮੁਹਾਵਰੇ ਤੇ ਜਿਹੜੇ ਅਖਾਣ ਹੈ ਉਸ ਨੂੰ ਇੱਕ ਹੀ ਚੀਜ਼ ਸਮਝ ਲੈਂਦੇ ਆ। ਠੀਕ ਹੈ, ਉਹਨਾਂ ਨੂੰ ਇਹ ਹੁੰਦਾ ਵੀ ਇਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ। ਠੀਕ ਹੈ, ਬਟ ਇਹਨਾਂ ਦੇ ਵਿੱਚ ਬਹੁਤ ਫਰਕ ਹੁੰਦਾ ਰਾਜੇ। ਤੇ ਇਸੇ ਕਾਰਨ ਹੀ ਕਈ ਵਾਰ ਐਗਜ਼ਾਮੀਨਰ ਤੁਹਾਨੂੰ ਇਸ ਕੁਐਸਚਨ ਵੀ ਪੁੱਛ ਸਕਦਾ ਇਸ ਤਰ੍ਹਾਂ ਦਾ, ਵੀ ਹੇਠ ਲਿਖੇ ਵਿੱਚੋਂ ਜਿਹੜਾ ਇਹ ਦਿੱਤਾ ਹੋਇਆ ਵੀ ਇੱਕ ਮੁਹਾਵਰਾ ਜਾਂ ਫਿਰ ਅਖਾਣ ਹੈ, ਤਾਂ ਉੱਥੇ ਜੇ ਤੁਸੀਂ ਚੀਜ਼ ਨੂੰ ਸਮਝਿਆ ਹੋਊਗਾ ਤਾਂ ਤੁਸੀਂ ਉਸ ਚੀਜ਼ ਦਾ ਆਨਸਰ ਲਗਾ ਸਕੋਗੇ ਵੀ ਜੋ ਨੀਚੇ ਤੁਹਾਨੂੰ ਆਪਸ਼ਨ ਦੇ ਵਿੱਚ ਦਿੱਤਾ ਹੋਇਆ ਉਹ ਇੱਕ ਅਖਾਣ ਹੈ ਜਾਂ ਫਿਰ ਇੱਕ ਮੁਹਾਵਰਾ। ਠੀਕ ਹੈ, ਤਾਂ ਇਹ ਸਾਰੀ ਚੀਜ਼ ਨੂੰ ਤੁਸੀਂ ਸਮਝਣ ਵਾਸਤੇ ਵੀਡੀਓ ਨੂੰ ਐਂਡ ਤੱਕ ਸੁਣਨਾ। ਤੇ ਇਹਦੇ ਵਿੱਚ ਕੁਝ ਫੇਮਸ ਜੋ ਪਿਛਲੇ ਐਗਜ਼ਾਮ ਦੇ ਵਿੱਚ ਰਿਪੀਟ ਵੀ ਹੋਈਆਂ ਅਖਾਣਾਂ ਨੇ, ਤੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਮੇਨ ਨੇ ਕੁਝ ਅਖਾਣਾਂ, ਉਹ ਵੀ ਲੈ ਕੇ ਆਇਆ। ਤੁਸੀਂ ਸਾਰੇ ਉਹ ਸਮਝਣੀਆਂ ਨੇ ਐਂਡ ਤੱਕ। ਠੀਕ ਹੈ, ਸ਼ੁਰੂ ਕਰਦੇ ਹਾਂ ਅਖਾਣਾਂ ਦਾ ਟੌਪਿਕ। ਠੀਕ ਹੈ, ਵੈਸੇ ਤੁਹਾਨੂੰ ਤੁਹਾਡੇ ਸਿਲੇਬਸ ਦੇ ਵਿੱਚ ਅਖਾਣ ਲਿਖਿਆ ਹੋਇਆ, ਇਸ ਨੂੰ ਅਖੌਤਾਂ ਵੀ ਲਿਖ ਸਕਦੇ ਆ। ਠੀਕ ਹੈ, ਅਖੌਤਾਂ ਜੋ ਬੋਲਦੇ ਆ, ਅਖੌਤਾਂ ਹੁੰਦੀਆਂ ਕੀ ਨੇ? ਇਹ ਵੈਸੇ ਪ੍ਰਾਚੀਨ ਸਮੇਂ ਤੋਂ ਚੱਲੀਆਂ ਆ ਰਹੀਆਂ ਕਹਾਵਤਾਂ ਹੁੰਦੀਆਂ ਨੇ, ਜੋ ਲੋਕਾਂ ਦੀ ਜ਼ਬਾਨੀ ਚੜ੍ਹ ਜਾਂਦੀਆਂ ਨੇ। ਠੀਕ ਹੈ, ਇਹਨਾਂ ਦੇ ਪਿੱਛੇ ਕੀ ਹੁੰਦੀ ਹੈ? ਇੱਕ ਸੱਚਾਈ ਹੁੰਦੀ ਹੈ, ਜੋ ਅਖਾਣਾਂ ਹੁੰਦੀਆਂ ਨੇ, ਇਹਨਾਂ ਪਿੱਛੇ ਇੱਕ ਸੱਚਾਈ ਹੁੰਦੀ ਆ। ਇਹ ਕਿਸੇ ਕਥਾ ਨਾਲ ਜੁੜ ਜਾਂਦੀਆਂ ਹੁੰਦੀਆਂ ਨੇ, ਕੋਈ ਨਾ ਕੋਈ ਕਥਾ ਨਾਲ, ਜਾਂ ਫਿਰ ਲੋਕਾਂ ਦੀ ਜ਼ਬਾਨੀ ਜੋ ਹੁੰਦੀਆਂ ਨੇ ਉਹ ਚੜੀਆਂ ਹੁੰਦੀਆਂ ਨੇ ਕਿਸੇ ਗੱਲ ਨੂੰ ਸਪਸ਼ਟ ਕਰਨ ਦੇ ਲਈ। ਕਿਸੇ ਵੀ ਗੱਲ ਨੂੰ ਸਪਸ਼ਟ ਕਰਨ ਦੇ ਲਈ ਇੱਕ ਪੂਰੀ ਗੱਲ ਹੁੰਦੀ ਹੈ, ਪੂਰਾ ਇੱਕ ਵਾਕ ਹੁੰਦਾ ਹੈ। ਮੁਹਾਵਰਿਆਂ ਦਾ ਇਸ ਨਾਲ ਫਰਕ ਇਹੀ ਹੈ ਵੀ ਜਿਹੜਾ ਮੁਹਾਵਰਾ ਹੈ ਉਸ ਨੂੰ ਜਿਹੜਾ ਆਪਾਂ ਨੂੰ ਇੱਕ ਵਾਕ ਦੇ ਵਿੱਚ ਵਰਤਣਾ ਪੈਂਦਾ, ਫਿਰ ਉਸ ਦੀ ਗੱਲ ਕਲੀਅਰ ਹੁੰਦੀ ਹੈ। ਬਟ ਜਿਹੜੀ ਅਖਾਣ ਹੁੰਦੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਪੂਰਾ ਵਾਕ ਹੁੰਦਾ ਹੈ। ਇਸ ਦੇ ਨਾਲ ਕੀ ਹੁੰਦਾ, ਗੱਲ ਹੈ ਜਿਹੜੀ ਤੁਹਾਨੂੰ ਵੈਸੇ ਤਾਂ ਕਲੀਅਰ ਹੋ ਜਾਂਦੀ ਆ। ਠੀਕ ਹੈ, ਇਹ ਜਿਹੜੀ ਅਖੌਤਾਂ ਹੈ, ਠੀਕ ਹੈ, ਅਖੌਤਾਂ ਨੇ ਜਾਂ ਫਿਰ ਅਖਾਣਾਂ ਨੇ, ਇਹਨਾਂ ਨੂੰ ਕਿਸੇ ਵਿਦਵਾਨਾਂ ਦੁਆਰਾ ਹੀ ਤਿਆਰ ਕੀਤਾ ਜਾਂਦਾ, ਜਾਂ ਆਪਾਂ ਕਹਿ ਸਕਦੇ ਹਾਂ ਇੱਕ ਮਹਾਨ ਵਿਅਕਤੀਆਂ ਦੁਆਰਾ ਹੀ ਇਹਨਾਂ ਨੂੰ ਬਣਾਇਆ ਗਿਆ ਹੈਗਾ। ਕਿਉਂਕਿ ਕਿਸੇ ਗੱਲ ਨੂੰ ਉਹ ਕਹਿਣ ਦੇ ਲਈ ਇਹਨਾਂ ਅਖਾਣਾਂ ਦੀ ਵਰਤੋਂ ਕਰਦੇ ਸੀਗੇ। ਇਸ ਦਾ ਰੀਜ਼ਨ ਇਹ ਸੀਗਾ ਵੀ ਗੱਲ ਸਿੱਧੇ ਨਾ ਕਹਿ ਕੇ, ਠੀਕ ਹੈ, ਕਿਸੇ ਵਿਅਕਤੀ ਨੂੰ ਗੱਲ ਸਿੱਧੇ ਨਾ ਕਹਿ ਕੇ ਕਿਸੇ ਚਿੰਨ੍ਹ ਦੇ ਰਾਹੀਂ ਜਾਂ ਫਿਰ ਕਿਸੇ ਸ਼ਬਦ ਦੀ ਵਰਤੋਂ ਕਰਕੇ ਆਪਣੀ ਗੱਲ ਨੂੰ ਉਸ ਦੇ ਵਿੱਚ ਸਮਝਾਇਆ ਜਾਂਦਾ ਸੀਗਾ। ਗੱਲ ਕਰਦੇ ਹਾਂ ਅਖੌਤਾਂ ਨੇ ਜਿਹੜੀਆਂ, ਇਹ ਪੰਜਾਬੀ ਲੋਕ ਸਾਹਿਤ ਦਾ ਅਹਿਮ ਅੰਗ ਨੇ, ਜਿਸ ਨੂੰ ਅਖਾਣ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਅਖਾਣ ਜਾਂ ਫਿਰ ਕਹਾਵਤਾਂ ਵੀ ਕਿਹਾ ਜਾਂਦਾ ਹੈ। ਆਪਣੀ ਰੌਚਕਤਾ, ਠੀਕ ਹੈ, ਇਹ ਰੌਚਕ ਹੁੰਦੀਆਂ ਨੇ, ਵਿਸ਼ਾਲ ਹੁੰਦੀਆਂ ਨੇ, ਤੇ ਵਿਆਪਕ ਹੋਣ ਦੇ ਕਾਰਨ ਅਖੌਤਾਂ ਨੇ ਜਿਹੜੀਆਂ ਉਹ ਲੋਕ ਸਾਹਿਤ ਦਾ, ਹਾਂਜੀ ਇੱਥੇ ਬਿੰਦੀ ਲਗਾ ਲਓ, ਇਸ ਨੂੰ ਕੱਟ ਦਿਓ। ਅਖੌਤਾਂ ਨੇ ਜਿਹੜੀਆਂ ਉਹ ਲੋਕ ਸਾਹਿਤ ਦਾ ਵਧੇਰੇ ਚਰਚਿਤ ਤੇ ਸਵੀਕ੍ਰਿਤ ਰੂਪ ਹੁੰਦੀਆਂ ਨੇ। ਇਹ ਲੋਕ ਸੂਝ ਦੇ ਪ੍ਰਮਾਣਿਕ ਸਰੂਪ ਨੂੰ ਪ੍ਰਗਟਾਉਂਦੀਆਂ ਨੇ। ਹਾਂਜੀ, ਇਹ ਲਾਸਟ ਵਾਲੀ ਲਾਈਨ ਤੁਸੀਂ ਸਮਝ ਲਓ ਵੀ ਇਹ ਲੋਕ ਸੂਝ ਦੇ ਪ੍ਰਮਾਣਿਕ ਸਰੂਪ ਨੂੰ ਪ੍ਰਗਟਾਉਂਦੀਆਂ ਨੇ। ਇਸ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਅਖੌਤ ਹੈ, ਜਿਹੜੀ ਅਖਾਣ ਹੈ, ਇਹ ਸੂਝ ਵਾਲੇ ਵਿਅਕਤੀ ਜਿਨ੍ਹਾਂ ਨੂੰ ਮਤਲਬ ਕਿ ਸਮਝ ਹੁੰਦੀ ਆ, ਸਿਰਫ ਉਹੀ ਇਹਨਾਂ ਦੀ ਸਹੀ ਰੂਪ ਦੇ ਵਿੱਚ ਵਰਤੋਂ ਕਰ ਸਕਦੇ ਆ। ਠੀਕ ਹੈ, ਅਖੌਤ ਬੋਲਣ ਦੇ ਸਮੇਂ ਦੇਖੋ, ਇੱਕ ਤਾਂ ਲਹਿਜੇ ਦਾ ਸਹੀ ਪ੍ਰਯੋਗ ਹੁੰਦਾ ਹੈ। ਠੀਕ ਹੈ, ਵੀ ਲਹਿਜਾ ਕਿਸ ਤਰ੍ਹਾਂ ਦਾ ਤੁਹਾਡਾ, ਸ਼ਬਦ ਕਿਸ ਤਰ੍ਹਾਂ ਦੇ ਨੇ, ਤੇ ਸਮੇਂ ਦਾ ਪ੍ਰਯੋਗ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ। ਇਹ 3 ਚੀਜ਼ਾਂ ਨੇ ਜਿਹੜੀਆਂ ਉਹ ਬਹੁਤ ਇੰਪੋਰਟੈਂਟ ਨੇ।
ਕਿਉਂਕਿ ਜਦੋਂ ਤੁਸੀਂ ਕੋਈ ਵੀ ਅਖੌਤ ਬੋਲਦੇ ਹੋ, ਕੋਈ ਵੀ ਅਖਾਣ ਬੋਲਦੇ ਹੋ, ਤਾਂ ਤੁਹਾਡਾ ਬੋਲਣ ਦਾ ਲਹਿਜ਼ਾ ਕੀ ਆ, ਉਹਨੂੰ ਬੋਲਣ ਦੇ ਜਿਹੜੇ ਸ਼ਬਦ ਨੇ ਸਹੀ ਬੋਲ ਰਹੇ ਹੋ, ਅਤੇ ਉਹਦਾ ਸਮਾਂ ਕੀ ਆ। ਠੀਕ ਹੈ, ਇਹ ਨਹੀਂ ਹੈਗਾ ਵੀ ਕੋਈ ਗੱਲ ਕੋਈ ਹੋਰ ਕਹਿ ਰਹੀ ਹੋਵੇ ਅਤੇ ਤੁਸੀਂ ਕੋਈ ਹੋਰ ਅਖਾਣ ਕਹਿ ਕੇ ਉਸਨੂੰ ਜਿਹੜਾ ਸਪਸ਼ਟ ਕਰਨ ਦੀ ਕੋਸ਼ਿਸ਼ ਕਰੋ। ਤਾਂ ਹਰੇਕ ਅਖੌਤ, ਹਰੇਕ ਅਖਾਣ ਦਾ ਆਪਣਾ ਅਲੱਗ ਵਜੂਦ ਹੈ, ਅਤੇ ਇਸ ਦੇ ਪਿੱਛੇ ਇੱਕ ਸੱਚਾਈ ਹੁੰਦੀ ਆ, ਕੋਈ ਨਾ ਕੋਈ ਕਥਾ ਛੁਪੀ ਹੁੰਦੀ ਹੈ, ਜਿਸ ਦੇ ਕਾਰਨ ਇਹ ਨੇ ਜਿਹੜੀਆਂ ਜੁੜ ਜਾਂਦੀਆਂ ਹੁੰਦੀਆਂ ਨੇ। ਠੀਕ ਹੈ ਜੀ, ਤਾਂ ਇਹ ਅਖੌਤ ਦਾ ਜਿਹੜਾ ਰੂਪ ਆ ਉਹ ਕਦੇ ਬਦਲਦਾ ਨਹੀਂ ਹੈ। ਠੀਕ ਹੈ, ਪਹਿਲਾਂ ਤੋਂ ਹੀ ਚੱਲੀਆਂ ਆ ਰਹੀਆਂ ਨੇ, ਇਹਨਾਂ ਦੇ ਪਿੱਛੇ ਅਟੱਲ ਸੱਚਾਈ ਹੁੰਦੀ ਆ, ਪਹਿਲਾਂ ਤੁਹਾਨੂੰ ਦੱਸ ਚੁੱਕਿਆ। ਕੁਝ ਇੱਥੇ ਅਖੌਤਾਂ ਲਿਖੀਆਂ ਹੋਈਆਂ ਨੇ, ਕੁਝ ਅਖਾਣਾਂ ਲਿਖੀਆਂ ਹੋਈਆਂ ਨੇ, ਜੋ ਤੁਹਾਨੂੰ ਸਮਝਾਈਆਂ ਜਾਣਗੀਆਂ ਅਤੇ ਤੁਹਾਨੂੰ ਕਾਫੀ ਗੱਲਾਂ ਨਾਲ ਦੀ ਨਾਲ ਕਲੀਅਰ ਹੁੰਦੀਆਂ ਜਾਣਗੀਆਂ। ਜਿਸ ਦੇ ਵਿੱਚੋਂ ਦੇਖੋ, ਪਹਿਲਾਂ ਜਿਹੜੀ ਅਖੌਤ ਦਿੱਤੀ ਹੋਈ ਆ, ਉਹ ਭੁੱਲਾ ਮੈਂ ਜਾਣੀਏ ਜਿਹੜਾ ਮੁੜ ਘਰ ਆਵੇ। ਠੀਕ ਹੈ, ਵੈਸੇ ਇਹਦੀ ਸ਼ਬਦਾਵਲੀ ਥੋੜ੍ਹੀ ਜਿਹੀ ਅਲੱਗ ਹੈ, ਪਹਿਲੀ ਜਿਹੜੀ ਅਖੌਤ ਹੈ, ਪਰ ਇਸ ਨੂੰ ਜੇ ਆਪਾਂ ਕਹਿ ਨਹੀਂ ਦਿੰਦੇ ਵੀ ਜੇ ਹਾਂਜੀ ਰਾਤ ਸੁਬਹ ਦਾ ਰਾਤ ਦਾ ਭੁੱਲਿਆ ਸੁਬਹ ਘਰ ਆ ਜੇ। ਠੀਕ ਹੈ, ਆਪਾਂ ਉਹ ਕਹਿ ਦਿੰਦੇ ਹੁੰਦੇ ਨਾ ਵੀ ਉਹ ਭੁੱਲਾ ਮੈਂ ਜਾਣੀਏ ਜਿਹੜਾ ਮੁੜ ਘਰ ਆਵੇ। ਹੁਣ ਇੱਥੇ ਦੇਖੋ, ਜਦੋਂ ਕੋਈ ਵਿਅਕਤੀ ਆਪਣੀ ਗਲਤੀ ਮੰਨ ਕੇ ਜਲਦੀ ਹੀ ਉਸ ਵਿੱਚ ਸੁਧਾਰ ਕਰ ਲਵੇ ਤਾਂ ਇਹ ਅਖੌਤ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਠੀਕ ਹੈ, ਉਹ ਭੁੱਲਾ ਮੈਂ ਜਾਣੀਏ ਜਿਹੜਾ ਮੁੜ ਘਰ ਆਵੇ। ਜਦੋਂ ਕੋਈ ਵਿਅਕਤੀ ਮਤਲਬ ਕਿ ਗਲਤੀ ਕਰ ਲੈਂਦਾ, ਬਾਅਦ ਦੇ ਵਿੱਚ ਉਸ ਗਲਤੀ ਨੂੰ ਮੰਨ ਲੈਂਦਾ ਅਤੇ ਸੁਧਾਰ ਕਰ ਲੈਂਦਾ ਉਸ ਗਲਤੀ ਦੇ ਵਿੱਚ, ਤਾਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਠੀਕ ਹੈ ਜੀ, ਇੰਪੋਰਟੈਂਟ ਹੈ। ਵੈਸੇ ਬੋਲਣ ਦੇ ਵਿੱਚ ਥੋੜ੍ਹਾ ਜਿਹਾ, ਇੱਥੇ ਲਿਖਣ ਦੇ ਵਿੱਚ ਥੋੜ੍ਹਾ ਜਿਹਾ ਇਹ ਲੱਗਦਾ ਵੀ ਪਤਾ ਨਹੀਂ ਕੀ ਗੱਲ ਕਹਿ ਰਿਹਾ। ਦੇਖੋ, ਪਰ ਭੁੱਲਾ ਕੀ ਹੋ ਗਿਆ ਵੀ ਜੇ ਕੋਈ ਵਿਅਕਤੀ ਗਲਤੀ ਕਰਦਾ, ਵੀ ਭੁੱਲਾਂ ਨੂੰ ਆਪਾਂ ਕਹਿੰਦੇ ਵੀ ਭੁੱਲ ਹੋ ਗਈ ਸੀ, ਗਲਤੀ ਹੋ ਗਈ ਸੀ, ਉਹਨੂੰ ਜਾਣ ਲੈਂਦਾ ਮੈਂ ਜਾਣੀਏ, ਫਿਰ ਉਸ ਤੋਂ ਬਾਅਦ ਉਹ ਮੁੜ ਘਰ ਆਵੇ, ਮਤਲਬ ਆਪਣੀ ਗਲਤੀ ਨੂੰ ਸੁਧਾਰ ਲੈਂਦਾ, ਤਾਂ ਉਸ ਸਮੇਂ ਇਸ ਅਖਾਣ ਦੀ ਆਪਾਂ ਵਰਤੋਂ ਕਰਾਂਗੇ। ਦੂਸਰੀ ਅਖਾਣ ਦੀ ਗੱਲ ਕਰਦੇ ਹਾਂ। ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀ, ਜਾਂ ਫਿਰ ਦਹੀਂ ਦੀ ਜਗ੍ਹਾ ਤੁਹਾਨੂੰ ਮੱਖਣ ਸ਼ਬਦ ਵੀ ਲਿਖਿਆ ਆ ਸਕਦਾ ਹੈ। ਠੀਕ ਹੈ, ਇਹ ਵੀ ਮੱਖਣ ਅੱਜ ਕੱਲ੍ਹ ਦੇ ਸਮਾਂ ਦੇਖ ਲਓ, ਕੌਣ ਤੁਹਾਨੂੰ ਦਹੀਂ ਨਾਲ ਜਾਂ ਮੱਖਣ ਨਾਲ ਦੁੱਧ ਉਹੀ ਖਵਾਉਂਦਾ ਹੁੰਦਾ ਹੈ ਜੋ ਤੁਹਾਨੂੰ ਪਿਆਰ ਕਰਦਾ ਹੈ। ਠੀਕ ਹੈ, ਇਹ ਮਤਲਬ ਉਹ ਮਰ ਗਈ, ਤਾਂ ਮਤਲਬ ਜੋ ਤੁਹਾਨੂੰ ਪਿਆਰ ਕਰਦਾ, ਜੋ ਤੁਹਾਡਾ ਚੰਗਾ ਸਮਾਂ ਸੀ ਉਹ ਲੰਘ ਗਿਆ। ਹੁਣ ਦੇਖੋ, ਜਦੋਂ ਕੋਈ ਵਿਅਕਤੀ ਸੁੱਖ ਵਿੱਚ ਬਿਤਾਏ ਦਿਨਾਂ ਨੂੰ ਯਾਦ ਕਰਦਾ, ਉਸ ਸਮੇਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਉਹ ਵਰਤੀ ਜਾਂਦੀ ਆ। ਦੇਖੋ, ਲਿਖਿਆ ਹੋਇਆ, ਉਹ ਮਾਂ ਮਰ ਗਈ ਜਿਹੜੀ ਦਹੀਂ ਜਾਂ ਫਿਰ ਮੱਖਣ ਨਾਲ ਸਾਨੂੰ ਟੁੱਕ ਦਿੰਦੀ ਸੀ। ਮਤਲਬ ਇੱਕ ਮਾਂ ਦਾ ਜਿਹੜਾ ਪਿਆਰ ਹੁੰਦਾ ਉਹ ਤੁਸੀਂ ਸਮਝ ਹੀ ਸਕਦੇ ਹੋ। ਮਾਂ ਜਿਹੜੀ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਦੀ ਹੈ। ਠੀਕ ਹੈ, ਮਾਂ ਜਦੋਂ ਆਪਣੇ ਕੋਲ ਮਾਂ ਹੁੰਦੀ ਹੈ ਤਾਂ ਆਪਾਂ ਨੂੰ ਆਪਣੇ ਕੋਲ ਕੋਈ ਦੁੱਖ ਨਹੀਂ ਆਉਣ ਦਿੰਦੀ, ਆਪਣਾ ਸੁੱਖ ਦਾ ਸਮਾਂ ਹੁੰਦਾ। ਪਰ ਇੱਕ ਮਾਂ ਦੇ ਜਾਣ ਤੋਂ ਬਾਅਦ ਜ਼ਿੰਦਗੀ ਵਿੱਚ ਦੁੱਖ ਆਉਂਦੇ ਆ, ਇਨਸਾਨ ਆਪਣੇ ਦੁੱਖਾਂ ਦਾ ਜਿਹੜਾ ਦੁੱਖ ਨੇ ਜਿਹੜਾ ਕਿਸੇ ਕੋਲ ਫਰੋਲ ਨਹੀਂ ਸਕਦਾ, ਤਾਂ ਉਸ ਸਮੇਂ ਨੂੰ ਯਾਦ ਕਰਨ ਦੇ ਲਈ ਕਿਹਾ ਜਾਂਦਾ ਵੀ ਜਦੋਂ ਤੁਹਾਡੇ ਚੰਗੇ ਸਮੇਂ ਹੁੰਦੇ ਨੇ ਉਸ ਨੂੰ ਹੀ ਯਾਦ ਕਰਨ ਦੇ ਲਈ ਉਹ ਮਾਂ ਮਰ ਗਈ ਜਿਹੜੀ ਦਹੀਂ ਮੱਖਣ ਨਾਲ ਤੁਹਾਨੂੰ ਟੁੱਕ ਦਿੰਦੀ ਸੀ। ਅੱਗੇ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ। ਇਹ ਕਾਫੀ ਜ਼ਿਆਦਾ ਦੇਖੋ, ਇਸਨੂੰ ਸਟਾਰ ਮਾਰਕ ਕਰ ਲਓ ਤੁਸੀਂ, ਕਿਉਂਕਿ ਇਹ ਵਾਲੀ ਜਿਹੜੀ ਅਖਾਣ ਹੈ ਰਾਜੇ, ਇਹ ਕਈ ਵਾਰ ਐਗਜ਼ਾਮ ਦੇ ਵਿੱਚ ਆਈ ਹੋਈ ਹੈ। ਠੀਕ ਹੈ, ਹੁਣ ਇਸ ਦਾ ਮਤਲਬ ਤੁਹਾਨੂੰ ਸਿੱਧਾ ਹੀ ਵੈਸੇ ਪਤਾ ਹੁੰਦਾ ਹੈ ਵੀ ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਆਰੰਭ ਕਰਕੇ ਉਸ ਦੀਆਂ ਔਕੜਾਂ ਤੋਂ ਡਰਨਾ ਨਹੀਂ ਚਾਹੀਦਾ। ਠੀਕ ਹੈ, ਜੇ ਹੁਣ ਇਸ ਨੂੰ ਸਪਸ਼ਟ ਹੋਰ ਕਰਨਾ ਹੋਵੇ, ਠੀਕ ਹੈ, ਰਾਮ ਨੇ, ਠੀਕ ਹੈ, ਜਾਂ ਆਪਾਂ ਕੋਈ ਵੀ ਮਨਜੀਤ ਨੇ ਜੋ ਹੈ ਸੋਚ ਲਿਆ ਵੀ ਉਹ IAS ਦੀ ਮਤਲਬ ਕਿ ਤਿਆਰੀ ਕਰੂਗਾ, ਪਰ ਜਦੋਂ ਉਸਨੂੰ ਪਤਾ ਲੱਗਾ ਵੀ ਇਹ ਮਤਲਬ ਕਿ ਕਾਫੀ ਜ਼ਿਆਦਾ ਇਸਦਾ ਸਿਲੇਬਸ ਹੈ। ਠੀਕ ਹੈ, ਅਤੇ ਇਸ ਦੇ ਵਿੱਚ ਕੁਝ ਗੱਲਾਂ ਔਖੀਆਂ ਵੀ ਨੇ, ਤਾਂ ਉਹਦੇ ਪਿਤਾ ਜੀ ਨੇ ਕਿਹਾ ਕਿ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ। ਮਤਲਬ ਤੈਨੂੰ ਇਹ ਨਹੀਂ ਡਰਨਾ ਚਾਹੀਦਾ ਵੀ ਸਿਲੇਬਸ ਐਵੇਂ ਦਾ ਜਾਂ ਉਵੇਂ ਦਾ, ਤੈਂ ਜੋ ਉਹਨੂੰ ਠਾਣ ਹੀ ਲਿਆ ਤਾਂ ਤੈਨੂੰ ਇਹ ਕਰਨਾ ਚਾਹੀਦਾ। ਠੀਕ ਹੈ, ਵੀ ਤੁਹਾਨੂੰ ਡਰਨਾ ਨਹੀਂ ਚਾਹੀਦਾ ਔਕੜਾਂ ਤੋਂ। ਫਿਰ ਅੱਗੇ ਆ ਚੌਥੇ ਨੰਬਰ 'ਤੇ, ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ। ਠੀਕ ਹੈ, ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ। ਜਦੋਂ ਕੋਈ ਹੰਕਾਰ ਵਸ਼ ਹੋ ਕੇ ਕੋਈ ਗੱਲ ਕਰਦਾ ਹੈ ਤਾਂ ਉਸਨੂੰ ਹੰਕਾਰ ਕਰਨ ਤੋਂ ਰੋਕਣ ਦੇ ਲਈ ਇਹ ਅਖਾਣ ਹੈ ਜਿਹੜੀ ਵਰਤੀ ਜਾਂਦੀ ਹੈ। ਠੀਕ ਹੈ, ਇਹ ਅਖਾਣ ਹੈ ਇਹ ਵਰਤੀ ਜਾਂਦੀ ਹੈ। ਠੀਕ ਹੈ, ਇਹ ਆਪਾਂ ਇਹ ਕਹਿ ਸਕਦੇ ਹਾਂਗੇ ਵੀ ਗੁਰਦੀਪ ਜਦੋਂ, ਠੀਕ ਹੈ, ਵਿਦੇਸ਼ ਤੋਂ
ਪਰਤਿਆ, ਠੀਕ ਹੈ, ਬਹੁਤ ਸਾਰੇ ਪੈਸੇ ਲੈ ਕੇ, ਤਾਂ ਉਹ ਆਪਣੇ ਹੀ ਗਰੀਬ ਭਰਾਵਾਂ ਨੂੰ ਪੁੱਠਾ ਸਿੱਧਾ ਬੋਲਣ ਲੱਗਾ। ਤਾਂ ਇਹ ਕਹਿ ਦਿੰਦੇ ਆ ਵੀ ਉੱਚਾ ਬੋਲ ਨਾ ਬੋਲੀਏ, ਕਰਤਾਰੋ ਡਰੀਏ। ਤਾਂ ਉਸਦੇ ਜੋ ਮਾਤਾ ਜੀ ਨੇ ਇਹ ਸ਼ਬਦ ਉਸ ਨੂੰ ਕਹੇ ਸੀ। ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਮਝ ਸਕਦੇ ਹਾਂ ਵੀ ਇਹਦੇ ਵਿੱਚ ਇਹ ਸਮਝਾਇਆ ਜਾਂਦਾ। ਦੇਖੋ, ਇਹ ਸਾਰੀਆਂ ਹੀ ਗੱਲਾਂ ਤੁਸੀਂ ਸੋਚ ਸਕਦੇ ਹੋ, ਸੱਚਾਈ ਛੁਪੀ ਹੋਈ ਆ ਸਾਰੀਆਂ ਹੀ ਗੱਲਾਂ ਦੇ ਵਿੱਚ। ਪਹਿਲੀ ਅਖਾਣ ਦੇਖ ਲਓ, ਦੂਸਰੀ ਅਖਾਣ ਦੇਖ ਲਓ, ਤੀਸਰੀ, ਤੁਹਾਨੂੰ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਫੈਕਟ ਹੈ, ਕੋਈ ਨਾ ਕੋਈ ਤੱਥ ਹੈ, ਸੱਚਾਈ ਹੈ, ਉਹ ਤੁਹਾਨੂੰ ਜ਼ਰੂਰ ਦਿਖ ਰਹੀ ਹੋਏਗੀ, ਠੀਕ ਹੈ। ਜਿਵੇਂ ਇੱਥੇ ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ। ਅਕਸਰ ਕਹਿੰਦੇ ਆ ਵੀ ਸਾਨੂੰ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ, ਸਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਪੈਸੇ ਦਾ ਜਾਂ ਫਿਰ ਦੌਲਤ ਦਾ, ਠੀਕ ਹੈ, ਆਪਣੀ ਹੁਸਨ ਖੂਬਸੂਰਤੀ ਦਾ, ਕਿਉਂਕਿ ਪਰਮਾਤਮਾ ਦਾ ਕੁਝ ਨਹੀਂ ਪਤਾ ਵੀ ਉਹ ਕਿਹੜੇ ਰੰਗਾਂ ਦੇ ਵਿੱਚ ਰਾਜ਼ੀ ਹੈ। 5ਵੇਂ ਨੰਬਰ ਦੀ ਅਖਾਣ ਹੈ ਉੱਚੀ ਦੁਕਾਨ ਫਿੱਕਾ ਪਕਵਾਨ, ਠੀਕ ਹੈ। ਇਹ ਦੇਖੋ, ਇਹ ਵੀ ਸਿੰਪਲ ਗੱਲ ਹੈ, ਠੀਕ ਹੈ। ਜੇ ਕੋਈ ਵਿਅਕਤੀ ਆਪਣੀ ਸ਼ੋਹਰਤ ਅਤੇ ਯੋਗਤਾ ਅਨੁਸਾਰ ਪੂਰਾ ਨਾ ਉਤਰੇ, ਉਸ ਤੋਂ ਘਟੀਆ ਸਾਬਿਤ ਹੋਵੇ, ਤਾਂ ਉਸ ਲਈ ਇਹ ਅਖੌਤ ਆ ਜਿਹੜੀ ਉਹ ਵਰਤੀ ਜਾਂਦੀ ਹੈ ਵੀ ਵਿਅਕਤੀ ਦੇ ਵਿੱਚ ਯੋਗਤਾ ਹੈ ਨਹੀਂ ਅਤੇ ਉੱਛਲ ਜ਼ਿਆਦਾ ਰਿਹਾ, ਠੀਕ ਹੈ, ਉੱਛਲ ਜ਼ਿਆਦਾ ਰਿਹਾ, ਠੀਕ ਹੈ। ਇਹ ਉਦੋਂ ਅਖਾਣ ਵਰਤੀ ਜਾਂਦੀ ਹੈ, ਇਹ ਆਪਾਂ ਕਹਿ ਦਿੰਦੇ ਹਾਂ। ਜਿਵੇਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਅਸੀਂ ਜੋ ਹੈ ਅਸੀਂ ਜਿਵੇਂ ਕਹਿ ਦਿੰਦੇ ਹਾਂ ਵੀ ਅਸੀਂ ਮਨਪ੍ਰੀਤ ਦੀ ਭੈਣ ਦਾ ਰਿਸ਼ਤਾ ਲੈ ਕੇ ਗਏ, ਕਾਫੀ ਵੱਡਾ ਘਰ ਸੀ, ਪਰ ਜਦੋਂ ਅਸੀਂ ਉਸ ਘਰ ਦੇ ਵਿੱਚ ਗਏ ਤਾਂ ਉਸ ਘਰਦਿਆਂ ਦੀ ਜਿਹੜੀ ਬੋਲਬਾਣੀ ਸੀ ਉਹ ਕਾਫੀ ਘਟੀਆ ਸੀ। ਤਾਂ ਇਹ ਕਹਿ ਸਕਦੇ ਵੀ ਉੱਚੀ ਦੁਕਾਨ ਫਿੱਕਾ ਪਕਵਾਨ, ਮਤਲਬ ਕਿ ਉਹਨਾਂ ਲੋਕਾਂ ਨੂੰ, ਮਤਲਬ ਕਿ ਚਾਹੇ ਉਹਨਾਂ ਦੇ ਵਿੱਚ ਸ਼ੌਹਰਤ ਸੀ, ਉਹਨਾਂ ਕੋਲ ਪੈਸਾ ਸੀ, ਪਰ ਉਹਨਾਂ ਦੇ ਵਿੱਚ ਬੋਲਣ ਦਾ ਜਿਹੜਾ ਲਹਿਜਾ ਸੀ ਉਹ ਨਹੀਂ ਸੀਗਾ। ਇਸ ਤਰ੍ਹਾਂ ਇਹਨਾਂ ਅਖਾਣਾਂ ਨੂੰ ਆਪਾਂ ਵਰਤ ਕੇ ਦੇਖੋ, ਇਹਦੇ ਵਿੱਚ ਵੀ ਸੱਚਾਈ ਸੀ। ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ, ਠੀਕ ਹੈ। ਜਦੋਂ ਇਹ ਦੱਸਣਾ ਹੋਵੇ ਕਿ ਉੱਦਮ ਅਤੇ ਮਿਹਨਤ ਕੀਤਿਆਂ ਸਫਲਤਾ ਪ੍ਰਾਪਤ ਹੁੰਦੀ ਹੈ, ਉਦੋਂ ਇਹ ਅਖਾਣ ਵਰਤੀ ਜਾਂਦੀ ਹੈ। ਦੇਖੋ, ਤੁਹਾਨੂੰ ਵੀ ਪਤਾ ਜਿਹੜਾ ਵਿਅਕਤੀ ਮਿਹਨਤ ਕਰਦਾ, ਠੀਕ ਹੈ, ਮਿਹਨਤ ਕਰਦਾ, ਉਸ ਦੇ ਅੱਗੇ ਚਾਹੇ ਕੋਈ ਵੀ ਚੀਜ਼ ਆ, ਉਹ ਮਿਹਨਤ ਦੇ ਅੱਗੇ ਚੀਜ਼ ਹਾਰ ਜਾਂਦੀ ਹੈ। ਕਿਸਮਤ ਨੂੰ ਵੀ ਹਾਰਨਾ ਪੈਂਦਾ ਮਿਹਨਤ ਦੇ ਅੱਗੇ, ਠੀਕ ਹੈ। ਵਿਅਕਤੀ ਮਿਹਨਤ ਕਰੂਗਾ, ਉਸ ਦੇ ਅੱਗੇ ਲੱਛਮੀ ਯਾਨੀ ਕਿ ਪੈਸਾ ਵੀ ਆਊਗਾ। ਅਤੇ ਜਿਵੇਂ ਪੱਖਾ ਚੱਲਦਾ ਹੁੰਦਾ ਨਾ, ਪੱਖੇ ਦੇ ਥੱਲੇ ਪੌਣ ਯਾਨੀ ਕਿ ਹਵਾ ਚੱਲਦੀ ਹੈ, ਉਸੇ ਤਰ੍ਹਾਂ ਜਿਹੜਾ ਵਿਅਕਤੀ ਮਿਹਨਤ ਕਰਦਾ ਤਾਂ ਉਸ ਦੇ ਅੱਗੇ ਵੀ ਪੈਸਾ ਜਿਹੜਾ ਉਹ ਰਹਿੰਦਾ। ਹਾਂਜੀ, 7ਵਾਂ ਨੰਬਰ ਹੈ ਜੀ ਉਲਟਾ ਚੋਰ ਕੋਤਵਾਲ ਨੂੰ ਡਾਂਟੇ, ਠੀਕ ਹੈ। ਹਿੰਦੀ ਦੇ ਵਿੱਚ ਕੋ ਹੁੰਦਾ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਤਾਂ ਪੰਜਾਬੀ ਦੇ ਵਿੱਚ ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਤਾਂ ਜਦੋਂ ਕੋਈ ਦੋਸ਼ੀ ਹੁੰਦਾ ਹੋਇਆ ਵੀ ਅੱਗੋਂ ਆਕੜੇ ਤਾਂ ਉਦੋਂ ਕਹਿੰਦੇ ਆ, ਠੀਕ ਹੈ, ਆਕੜੇ ਤਾਂ ਉਦੋਂ ਕਹਿ ਦਿੰਦੇ ਆ, ਇਹ ਤੁਹਾਨੂੰ ਪਤਾ ਹੀ ਹੈ, ਸਿੰਪਲ ਜੀ ਗੱਲ ਹੈ। 8ਵੇਂ ਨੰਬਰ 'ਤੇ ਉਲਟੀ ਬਾੜ ਖੇਤ ਨੂੰ ਖਾਏ, ਠੀਕ ਹੈ, ਉਲਟੀ ਬਾੜ ਖੇਤ ਨੂੰ ਖਾਏ। ਜਦੋਂ ਕਿਸੇ ਨੂੰ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਪਰ ਉਹ ਆਪ ਹੀ ਉਸ ਦਾ ਨੁਕਸਾਨ ਕਰੇ, ਤਾਂ ਇਹ ਅਖੌਤ ਹੈ ਜਿਹੜੀ ਉਹ ਵਰਤੀ ਜਾਂਦੀ ਹੈ, ਠੀਕ ਹੈ। ਇਹ ਅਖੌਤ ਹੈ ਜਿਹੜੀ ਵਰਤੀ ਜਾਂਦੀ ਹੈ। ਜਿਵੇਂ ਕਹਿ ਦਿੰਦੇ ਹਾਂ, ਕਹਿ ਦਈਏ ਵੀ ਗੁਰਪ੍ਰੀਤ ਦੇ ਚਾਚਾ ਜੀ ਨੇ ਉਸ ਨੂੰ ਜਿਹੜਾ ਘਰ ਦੀ ਜ਼ਿੰਮੇਵਾਰੀ ਸੌਂਪ ਕੇ ਚਲੇ ਗਏ ਵਿਆਹ, ਤਾਂ ਪਰ ਗੁਰਪ੍ਰੀਤ ਨੇ ਹੀ ਉਸ ਘਰ ਦੇ ਵਿੱਚ ਚੋਰੀ ਕਰ ਲਈ। ਤਾਂ ਉਸ ਸਮੇਂ ਆਪਾਂ ਕਹਾਂਗੇ ਉਲਟੀ ਵਾੜ ਖੇਤ ਨੂੰ ਖਾਵੇ, ਮਤਲਬ ਕਿ ਉਸ ਨੂੰ ਹੀ ਕਿਹਾ ਗਿਆ ਸੀ ਵੀ ਘਰ ਦੀ ਰਾਖੀ ਕਰਨੀ ਹੈ, ਪਰ ਉਸਨੇ ਹੀ ਚੋਰੀ ਕਰ ਲਈ। 9ਵੇਂ ਨੰਬਰ 'ਤੇ ਊਠ ਨਾ ਕੁੱਦੇ ਬੋਰੀ ਕੁੱਦੇ। ਜਦੋਂ ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਦੂਸਰਾ ਐਵੇਂ ਹੀ ਰੌਲਾ ਪਾਈ ਜਾਵੇ, ਤਾਂ ਉਸ ਸਮੇਂ ਇਸ ਤਰ੍ਹਾਂ ਦੀ ਜਿਹੜੀ ਅਖਾਣ ਹੈ ਉਹ ਵਰਤੀ ਜਾਂਦੀ ਹੈ। ਸਟੂਡੈਂਟਸ, ਆਈ ਹੋਪ ਤੁਹਾਨੂੰ ਇਹ ਸਾਰੀਆਂ ਹੀ ਗੱਲਾਂ ਕਲੀਅਰ ਹੁੰਦੀਆਂ ਜਾਣੀਆਂ, ਠੀਕ ਹੈ। ਕਾਫੀ ਮਤਲਬ ਕਿ ਰੌਚਕ ਗੱਲਾਂ ਹੁੰਦੀਆਂ ਨੇ ਇਹ, ਜਿਹੜੀ ਅਖੌਤ ਹੁੰਦੀ ਆ, ਠੀਕ ਹੈ। ਜਦੋਂ ਇਹਨੂੰ ਸੁਣਦੇ ਹਾਂ, ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ, ਜਿਹੜੀ ਅਖੌਤ ਹੈ ਜਾਂ ਫਿਰ ਆਪਾਂ ਕਹਿ ਮੁਹਾਵਰਾ ਵੀ ਲਗਾ ਲਓ, ਇਹ ਸਿਰਫ ਐਵੇਂ ਹੀ ਹਰ ਕੋਈ ਵਿਅਕਤੀ ਨਹੀਂ ਬੋਲ ਸਕਦਾ। ਇਹਨੂੰ ਬੋਲਣ ਦੇ ਵਾਸਤੇ ਤੁਹਾਡੇ ਕੋਲ ਆਪਣਾ ਤਜਰਬਾ ਹੋਣਾ ਚਾਹੀਦਾ, ਜ਼ਿੰਦਗੀ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਵੀ ਕਿਸ ਸਮੇਂ ਅਸੀਂ ਕਿਹੜੀ ਅਖੌਤ ਦੀ ਜਾਂ ਫਿਰ ਆਪਾਂ ਕਿਹੜੇ ਮੁਹਾਵਰੇ ਦੀ ਵਰਤੋਂ ਕਰਨੀ ਆ, ਉਹ ਤੁਹਾਨੂੰ ਨੌਲੇਜ ਉਸ ਚੀਜ਼ ਦੀ ਹੋਣੀ ਚਾਹੀਦੀ ਆ। ਹਰ ਕੋਈ ਮੁਹਾਵਰੇ ਅਖੌਤਾਂ ਦੀ ਵਰਤੋਂ ਸਹੀ ਰੂਪ ਦੇ ਵਿੱਚ ਨਹੀਂ ਕਰ ਸਕਦਾ। 10ਵੇਂ ਨੰਬਰ 'ਤੇ ਆ ਜਾਂਦੇ ਹਾਂ, ਊਠ ਨਾ ਸਕੇ ਫਿੱਟੇ ਮੂੰਹ ਗੋਡਿਆਂ ਦਾ, ਠੀਕ ਹੈ। ਊਠ ਨਾ ਸਕੇ ਫਿੱਟੇ ਮੂੰਹ ਗੋਡਿਆਂ ਦਾ, ਇਹ ਕਦੋਂ ਵਰਤਦੇ ਆ? ਆਪ ਪਾਸੋਂ ਕੰਮ ਨਾ ਹੋਣਾ ਅਤੇ ਦੂਸਰਿਆਂ ਨੂੰ ਜਦੋਂ ਅਸੀਂ ਦੋਸ਼ ਦਿੰਦੇ ਹਾਂ ਤਾਂ ਉਸ ਸਮੇਂ ਇਸ ਤਰ੍ਹਾਂ ਦੀ ਜਿਹੜੀ ਅਖਾਣ ਅਸੀਂ ਵਰਤਦੇ ਹਾਂ, ਊਠ ਨਾ ਸਕੇ ਫਿੱਟੇ ਮੂੰਹ ਗੋਡਿਆਂ ਦਾ, ਠੀਕ ਹੈ ਜੀ। ਇਹ ਚੀਜ਼ ਹੋ ਗਈ। ਵੈਸੇ ਇਹਨੂੰ ਵਰਤਣਾ ਹੋਵੇ ਤਾਂ ਤੁਸੀਂ ਕੁਛ ਵੀ ਜੋ ਹੈ ਲਿਖ ਸਕਦੇ ਹੋ, ਠੀਕ ਹੈ। ਜਿਵੇਂ ਕਹਿ ਸਕਦੇ ਹਾਂ ਵੀ ਗੁਰਪ੍ਰੀਤ ਜਾਂ ਫਿਰ ਕੋਈ ਵੀ ਕਿਸੇ ਦਾ ਨਾਮ ਲੈ ਸਕਦੇ ਹੋ ਤੁਸੀਂ, ਜੋ ਤੁਹਾਨੂੰ ਠੀਕ ਲੱਗਦਾ, ਠੀਕ ਹੈ। ਵੈਸੇ ਕੋਈ ਇਹ ਨਹੀਂ ਗਾ ਵੀ ਨਾਮ ਦੀ ਗੱਲ ਹੈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਰਮਨ ਨੂੰ ਹੈ ਜਿਹੜਾ, ਹਾਂਜੀ, ਰਮਨ ਨੂੰ
ਜਦੋਂ ਕੰਮ ਕਰਨ ਦੇ ਲਈ ਕਿਹਾ ਗਿਆ, ਠੀਕ ਹੈ, ਰਮਨ ਨੂੰ ਜਦੋਂ ਕੰਮ ਕਰਨ ਦੇ ਲਈ ਕਿਹਾ ਗਿਆ ਤਾਂ ਉਸਨੇ ਕਿਹਾ ਵੀ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਕਿਉਂਕਿ ਇਹ ਕੰਮ ਤਾਂ ਔਖਾ। ਵੀ ਉਹ ਕਹਿੰਦਾ ਵੀ ਉਸ ਤੋਂ ਕੰਮ ਨਹੀਂ ਹੁੰਦਾ, ਤਾਂ ਦੂਸਰਿਆਂ ਨੂੰ ਦੋਸ਼ ਕਹਿੰਦੇ ਵੀ ਤਾਂ ਕੰਮ ਹੀ ਔਖਾ, ਕੰਮ ਦੇ ਵਿੱਚ ਦੋਸ਼ ਕੱਢ ਦਿੱਤਾ। ਜਾਂ ਫਿਰ ਇਹ ਕਹਿ ਦਿੱਤਾ ਵੀ ਉਸਦੇ ਪਿਤਾ ਜੀ ਨੇ ਉਸਨੂੰ ਕਿਹਾ ਵੀ ਕੰਪਿਊਟਰ ਦੇ ਉੱਪਰ ਕੁਝ ਅਕਾਊਂਟ ਦਾ ਕੰਮ ਕਰਦੇ, ਤਾਂ ਉਸਨੇ ਕਿਹਾ ਵੀ ਕੰਪਿਊਟਰ ਹੀ ਖਰਾਬ ਹੈ। ਤਾਂ ਮਤਲਬ ਉਸਨੇ ਆਪ ਤੋਂ ਤਾਂ ਕੰਮ ਨਹੀਂ ਹੁੰਦਾ, ਉਸਨੇ ਕੰਪਿਊਟਰ ਦਾ ਦੋਸ਼ ਕੱਢ ਦਿੱਤਾ। ਹਾਂਜੀ। 11 ਨੰਬਰ, ਔੜਕ ਬੱਚਾ ਮੂਲਿਆਂ ਨੂੰ ਹੱਟੀ ਬਹਿਣਾ, ਠੀਕ ਹੈ, ਔੜਕ ਬੱਚਾ ਮੂਲਿਆਂ ਨੂੰ ਹੱਟੀ ਬਹਿਣਾ। ਨਲਾਇਕ ਬੰਦੇ ਨਸ ਭੱਜ ਤਾਂ ਬਹੁਤ ਕਰਦੇ ਪਰ ਬਣਦਾ ਕੁਝ ਨਹੀਂ, ਅਖੀਰ ਘਰ ਦਾ ਆਸਰਾ ਲੈਂਦੇ ਹੋਏ ਪਹਿਲਾਂ ਵਾਲਾ ਹੀ ਕੰਮ ਕਰਨ ਨੇ ਜਿਹੜੇ ਉਹ ਲੱਗ ਜਾਂਦੇ ਨੇ, ਉਸ ਸਮੇਂ ਹੀ ਅਖਾਣ ਹੈ ਜਿਹੜੀ ਵਰਤੀ ਜਾਂਦੀ ਹੈ। 12 ਨੰਬਰ 'ਤੇ ਆ, ਉਖਲੀ ਵਿੱਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ। ਇਹ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਸੀ। ਜਦੋਂ ਔਖੇ ਕੰਮ ਦਾ ਬੀੜਾ ਚੁੱਕੀ ਲਿਆ ਫਿਰ ਸਾਨੂੰ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਰੁਕਾਵਟਾਂ ਤੋਂ ਨਹੀਂ ਡਰਨਾ ਚਾਹੀਦਾ। 13 ਨੰਬਰ 'ਤੇ ਆ ਜੀ, ਆਸਮਾਨ ਤੋਂ ਡਿੱਗੀ ਖਜੂਰ 'ਤੇ ਅਟਕੀ, ਠੀਕ ਹੈ, ਆਸਮਾਨ ਤੋਂ ਡਿੱਗੀ ਖਜੂਰ 'ਤੇ ਅਟਕੀ। ਇਹਦੇ ਵਿੱਚ ਹੈ ਜਦੋਂ ਕੋਈ ਇੱਕ ਮੁਸੀਬਤ 'ਚੋਂ ਨਿਕਲ ਕੇ ਦੂਸਰੀ ਮੁਸੀਬਤ ਵਿੱਚ ਫਸ ਜਾਏ ਤਾਂ ਉਸ ਸਮੇਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਉਹ ਵਰਤੀ ਜਾਂਦੀ ਹੈ, ਠੀਕ ਹੈ। ਇਹ ਤੁਸੀਂ ਆਪਣੇ ਆਪ ਸ਼ਬਦ ਬਣਾ ਸਕਦੇ ਹੋ, ਠੀਕ ਹੈ, ਤੁਹਾਨੂੰ ਆਰਾਮ ਨਾਲ ਇਹ ਗੱਲਾਂ ਵੈਸੇ ਅਰਥਾਂ ਤੋਂ ਹੀ ਇਸਦੇ ਜਿਹੜੇ ਮੈਂ ਤੁਹਾਨੂੰ ਇਹ ਨਾਲ ਦੱਸ ਰਿਹਾ ਗੱਲਾਂ, ਠੀਕ ਹੈ, ਵੀ ਇਹ ਵਰਤੀ ਕਦੋਂ ਜਾਂਦੀ ਹੈ, ਕਿਸ ਤਰ੍ਹਾਂ ਵਰਤੀ ਜਾਂਦੀ ਹੈ, ਤਾਂ ਮੀਨਿੰਗ ਕੀ ਹੁੰਦਾ, ਬਸ ਉਹੀ ਤੁਹਾਨੂੰ ਦੱਸ ਰਿਹਾ। ਅੱਗੇ ਆ 14 ਨੰਬਰ 'ਤੇ, ਅਕਲ ਵਾਲੇ ਨਾਲ ਭੀਖ ਮੰਗੀ ਚੰਗੀ, ਠੀਕ ਹੈ, ਪਰ ਮੂਰਖ ਨਾਲ ਰਾਜਿਆਂ ਮੰਦਾ, ਠੀਕ ਹੈ। ਕਹਿੰਦੇ ਵੀ ਮੂਰਖ ਦੀ ਸੰਗਤ ਦੇ ਵਿੱਚ ਸੁੱਖ ਕੱਟਣ ਦੇ ਨਾਲੋਂ ਸਿਆਣੇ ਦੀ ਜਿਹੜੀ ਸੰਗਤ ਹੈ ਉਹਦੇ ਵਿੱਚ ਤੰਗੀ ਕੱਟਣੀ ਹੀ ਚੰਗੀ ਹੁੰਦੀ ਹੈ, ਠੀਕ ਹੈ ਜੀ। ਉਸਦੇ ਮਤਲਬ ਇਹੋ ਹੀ ਗੱਲ ਹੈ ਵੀ ਜਿਹੜਾ ਅਕਲ ਵਾਲਾ ਵਿਅਕਤੀ ਹੁੰਦਾ ਉਹ ਕਿਤੇ ਵੀ ਤੁਹਾਡਾ ਉੱਥੇ ਨੁਕਸਾਨ ਨਹੀਂ ਹੋਊਗਾ, ਤੁਹਾਨੂੰ ਬਚਾ ਲਊਗਾ। ਪਰ ਜੇ ਤੁਸੀਂ ਕਿਸੇ ਮੂਰਖ ਬੰਦੇ ਨਾਲ ਰਹੋਗੇ ਤਾਂ ਤੁਹਾਨੂੰ ਮੂਰਖਤਾ ਹੀ ਸਿਖਾਊਗਾ, ਉਹ ਚੀਜ਼ ਹੋਊਗੀ। ਅੱਗੇ 15 ਨੰਬਰ 'ਤੇ, ਅੱਖੀ ਦਿਸੇ ਨਾ ਨੂਰ ਭਰੀ, ਠੀਕ ਹੈ ਜੀ। ਦੇਖੋ ਇਹ ਅਕਸਰ ਹੁੰਦਾ ਵੀ ਜਿੰਨਾ ਚਿਰ ਕੋਈ ਇਸੇ ਵਿਅਕਤੀ ਨੂੰ ਆਪਾਂ ਵੇਖਦੇ ਨਹੀਂ, ਠੀਕ ਹੈ, ਉਨਾ ਟਾਈਮ ਆਪਾਂ ਨੂੰ ਉਹ ਵਧੀਆ ਲੱਗਦਾ। ਕਈ ਵਾਰੀ ਜਦੋਂ ਉਸਨੂੰ ਵੇਖ ਲੈਂਦੇ ਹਾਂ ਆਪਾਂ ਨੂੰ ਉਸ ਚੀਜ਼ ਤੋਂ ਚੰਗਾ ਨਹੀਂ ਲੱਗਦਾ। ਹੋਵੇ ਕੁਝ ਨਾ ਪਰ ਗੱਪਾਂ ਵੱਡੀਆਂ ਵੱਡੀਆਂ, ਠੀਕ ਹੈ, ਹੋਵੇ ਕੁਝ ਨਾ ਪਰ ਗੱਪਾਂ ਵੱਡੀਆਂ ਵੱਡੀਆਂ, ਠੀਕ ਹੈ। ਜਿਵੇਂ ਇਹ ਕਹਿ ਸਕਦੇ ਹਾਂ ਵੀ ਲਵਪ੍ਰੀਤ ਨੇ ਇੰਟਰਨੈਟ 'ਤੇ ਇੱਕ ਕੁੜੀ ਨਾਲ ਪਿਆਰ ਪਾ ਲਿਆ ਅਤੇ ਉਹ ਦੱਸਦਾ ਸੀ ਕਿ ਉਹ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਹੈ, ਪਰ ਜਦੋਂ ਉਸਨੂੰ ਹਕੀਕਤ ਦੇ ਵਿੱਚ ਮਿਲਿਆ ਅੱਖੀ ਦਿਸੇ ਨਾ ਨੂਰ ਭਰੀ, ਠੀਕ ਹੈ, ਵੀ ਮਤਲਬ ਜਦੋਂ ਉਸਨੂੰ ਦੇਖਿਆ ਤਾਂ ਕੁਝ ਹੋਰ ਹੀ, ਮਤਲਬ ਕਿ ਸੋਹਣੀ ਨਹੀਂ ਸੀ, ਜਾਂ ਕੁਝ ਵੀ ਲਗਾ ਲਓ, ਕਿਸੇ 'ਤੇ ਵੀ ਇਹ ਲਗਾ ਸਕਦੇ ਆਪਾਂ, ਠੀਕ ਹੈ ਜੀ। 16 ਨੰਬਰ 'ਤੇ, ਆਪ ਮੀਆਂ ਮੰਗਤੇ ਬਾਹਰ ਖੜੇ ਦਰਵੇਸ਼, ਠੀਕ ਹੈ, ਆਪ ਮੀਆਂ ਮੰਗਤੇ ਬਾਹਰ ਖੜੇ ਦਰਵੇਸ਼, ਵੀ ਗਰੀਬ ਨੇ ਕਿਸੇ ਨੂੰ ਕੀ ਦੇਣਾ, ਜਦੋਂ ਵਿਅਕਤੀ ਖੁਦ ਹੀ ਮੰਗਤਾ ਦਰਵੇਸ਼ ਨੂੰ ਆਏ ਨੂੰ ਕੀ ਦੇਊਗਾ। 17 ਨੰਬਰ 'ਤੇ ਹੈ ਜੀ, ਅੱਖੀ ਵੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ। ਇਹ ਤਾਂ ਸਿੰਪਲ ਜੀ ਗੱਲ ਹੈ, ਠੀਕ ਹੈ, ਅੱਖੀ ਵੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ, ਯਾਨੀ ਕਿ ਜਾਣ ਬੁੱਝ ਕੇ ਕੋਈ ਬੁਰਾ ਕੰਮ ਨਹੀਂ ਕੀਤਾ ਜਾ ਸਕਦਾ, ਜਾਂ ਕਿਸੇ ਬੁਰੇ ਬੰਦੇ ਦੀਆਂ ਆਦਤਾਂ ਬਾਰੇ ਜਾਣਦੇ ਹੋਏ ਉਸ ਨਾਲ ਸਾਂਝ ਨਹੀਂ ਪਾਈ ਜਾ ਸਕਦੀ, ਠੀਕ ਹੈ ਜੀ। ਇਹ ਚੀਜ਼ ਹੈ। ਹਾਂਜੀ, ਇਹ ਕਹਿ ਸਕਦੇ ਹਾਂ ਇਹਦੇ ਵਿੱਚ ਵੀ ਮਨਜੀਤ ਜਦੋਂ ਆਪਣੀ ਕੁੜੀ ਦਾ ਰਿਸ਼ਤਾ ਲੈ ਕੇ, ਠੀਕ ਹੈ, ਰਮਨ ਦੇ ਘਰ ਗਿਆ ਤਾਂ ਉਸਨੇ ਦੇਖਿਆ, ਠੀਕ ਹੈ, ਵੀ ਰਮਨ ਦਾ ਮੁੰਡਾ ਸੀ ਜਿਹੜਾ ਉਸਨੇ ਉਸਨੂੰ ਚੋਰੀ ਕਰਦੇ ਵੇਖਿਆ ਸੀ, ਤਾਂ ਉਸਨੇ ਕਿਹਾ ਵੀ ਉਸਦੇ ਮਤਲਬ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨਾਲ ਕਰ ਦੇਵੇ, ਤਾਂ ਉਸਨੇ ਕਿਹਾ ਵੀ ਅੱਖੀ ਵੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ, ਵੀ ਮੈਨੇ ਤੇਰੇ ਮੁੰਡੇ ਨੂੰ ਖੁਦ ਚੋਰੀ ਕਰਦੇ ਵੇਖਿਆ ਤਾਂ ਅੱਗੇ ਵੀ ਇਹ ਚੋਰੀਆਂ ਹੀ ਕਰੇਗਾ। ਅੱਗ ਲੈਣ ਆਈ ਘਰ ਵਾਰਨ ਬਣ ਬੈਠੀ, ਠੀਕ ਹੈ, ਅੱਗ ਲੈਣ ਆਈ ਘਰ ਵਾਰਨ ਬੈਠੀ। ਇਹ ਕਦੋਂ ਵਰਤਾ ਗਈ ਵੀ ਜਦੋਂ ਲੋੜ ਵੇਲੇ ਕਿਸੇ ਤੋਂ ਕੋਈ ਮਦਦ ਲਈ ਜਾਵੇ, ਪਰ ਬਾਅਦ ਵਿੱਚ ਮਦਦ ਲੈਣ ਵਾਲਾ ਮਦਦਗਾਰ ਹੀ ਚੀਜ਼ 'ਤੇ ਜਦੋਂ ਕਬਜ਼ਾ ਕਰ ਲੈਂਦਾ ਤਾਂ ਉਸ ਸਮੇਂ ਇਸ ਤਰ੍ਹਾਂ ਦੀ ਜਿਹੜੀ ਅਖਾਣ ਹੈ ਉਹ ਵਰਤੀ ਜਾਂਦੀ ਹੈ। 19 ਨੰਬਰ 'ਤੇ ਆਉਂਦਾ, ਅੰਨਾ ਵੰਡੇ ਸੀਰਨੀ ਮੁੜਕੜ ਆਪਣਿਆਂ ਨੂੰ, ਠੀਕ ਹੈ, ਇਹ ਵੀ ਕਹਿੰਦੇ ਆ ਅੰਨਾ ਵੰਡੇ ਰੇਵੜੀਆਂ ਮੁੜ ਆਪਣਿਆਂ ਨੂੰ, ਉਹ ਵੀ ਕਹਿੰਦੇ ਆ ਨਾ ਵੀ ਰਿਓੜੀਆਂ ਵੀ ਮੁੜ ਆਪਣੇ, ਤਾਂ ਕਈ ਜਗ੍ਹਾ ਸੀਰਨੀ ਵੀ ਲਿਖਿਆ ਜਾਂਦਾ, ਤਾਂ ਸੇਮ ਗੱਲ ਹੈ ਵੀ ਜਦੋਂ ਕੋਈ ਵਿਅਕਤੀ ਹੈ ਜਿਹੜਾ ਬਹੁਤਿਆਂ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਰੱਖਦਿਆਂ ਹੋਇਆਂ ਵੀ ਕੇਵਲ ਆਪਣਿਆਂ ਨੂੰ ਹੀ ਲਾਭ ਪਹੁੰਚਾਈ ਜਾਵੇ, ਉਦੋਂ ਜਿਹੜੀ ਇਹ ਅਖਾਣ ਹੈ ਜਿਹੜੀ ਵਰਤੀ ਜਾਂਦੀ ਹੈ, ਵੀ ਜਦੋਂ ਸਿਰਫ ਆਪਣਿਆਂ ਦਾ ਫਾਇਦਾ ਸੋਚੇ, ਕੋਈ ਦੂਸਰਿਆਂ ਦੇ ਭਲੇ ਦੀ ਗੱਲ ਨਾ ਕਰੇ, ਸਿਰਫ ਆਪਣਿਆਂ ਦੀ ਸੋਚੇ। ਅੱਗੇ 20 ਨੰਬਰ 'ਤੇ, ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋਣਾ, ਠੀਕ ਹੈ ਜੀ, ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋਣਾ। ਇਹ ਹੋਗਾ ਵੀ ਜਿਹੜਾ ਵਿਅਕਤੀ ਅੰਨਾ ਗਾ ਉਹ ਆਪਣੇ ਹੰਝੂ ਕਿੱਥੋਂ ਵੇਖੇਗਾ, ਠੀਕ ਹੈ, ਉਸਨੂੰ ਕੀ ਪਤਾ ਵੀ ਉਹ ਵਿਅਕਤੀ ਮੇਰੇ ਅੱਗੇ
ਰੋ ਰਿਹਾ। ਕਹਿੰਦੇ ਹਮਦਰਦੀ ਜਾਂ ਮਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉੱਤੇ ਕੋਈ ਅਸਰ ਨਾ ਹੋਵੇ। ਉਸਨੂੰ ਕੀ ਪਤਾ ਲੱਗਣਾ, ਉਹ ਕਹੂਗਾ ਮੇਰਾ ਹੀ ਦੁੱਖ ਵੱਡਾ ਤੇ ਉਸਨੇ ਤੁਹਾਡੇ ਹੰਝੂ ਵੇਖ ਨਹੀਂ ਡਿੱਗਦੇ ਵੇਖਣੇ ਇੰਨੇ ਵਿਅਕਤੀ ਨੇ। ਉਸ ਤਰ੍ਹਾਂ ਇਹ ਖਾਣ ਹੈ ਜਿਹੜੀ ਉਹਨਾਂ ਵਿਅਕਤੀ ਲਈ ਵਰਤੀ ਹੁੰਦੇ ਆ ਜਿਹੜੇ ਕਿਸੇ ਦੇ ਅੰਦਰ ਦਇਆ ਰਹਿਮ ਨਹੀਂ ਹੁੰਦੀ, ਉਸਦੇ ਅੱਗੇ ਆਪਾਂ ਨੂੰ ਦੁੱਖ ਜੋ ਆਪਣਾ ਰੋਣ ਦਾ ਕੋਈ ਫਾਇਦਾ ਨਹੀਂ ਹੁੰਦਾ। 21 ਨੰਬਰ ਤੇ ਆਪਣੀ ਮੱਝ ਦਾ ਦੁੱਧ 100 ਕੋਹ ਤੇ ਜਾ ਪੀਵੀ ਦਾ ਏ। ਠੀਕ ਹੈ ਜੀ, ਆਪਣੀ ਮੱਝ ਦਾ ਦੁੱਧ 100 ਕੋਹ ਤੇ ਜਾ ਪੀਵੀ ਦਾ ਏ। ਦੇਖੋ ਇੱਥੇ ਲੱਗਦਾ ਤਾਂ ਅਜੀਬ ਹੈ ਵੀ ਆਪਦੀ ਮੱਝ ਦਾ ਦੁੱਧ ਆ ਜਿਹੜਾ 100 ਕੋਹ ਤੇ ਕਿਵੇਂ ਜਾ ਕੇ ਪੀਵਾਂਗੇ, ਤਾਂ ਇਹ ਗੱਲ ਸਮਝਦੇ ਆ। ਕਹਿੰਦੇ ਘਰ ਆਏ ਮਹਿਮਾਨ ਦੀ ਕੀਤੀ ਟਹਿਲ ਸੀਵੀ ਵੀ ਦੀ ਬਦਲੇ ਦਾ ਬਦਲਾ। ਠੀਕ ਹੈ, ਇੱਥੇ ਦਾ ਲਿਖ ਲਓ, ਸੇਵੀ ਦਾ ਬਦਲਾ। ਠੀਕ ਹੈ, ਜਦੋਂ ਕਿਸੇ ਅਸੀਂ ਮਹਿਮਾਨ ਦਾ ਚੰਗੀ ਸੇਵਾ ਕਰਦੇ ਹਾਂ ਸਾਨੂੰ ਉਹ ਜਿਹੀ ਟਹਿਲ ਸੇਵਾ ਵਿੱਚ ਮਿਲ ਜਾਂਦੀ ਹੈ, ਤਾਂ ਜਦੋਂ ਅਸੀਂ ਅਗਲੇ ਦੇ ਮਹਿਮਾਨ ਬਣ ਕੇ ਜਾਂਦੇ ਹਾਂ ਤਾਂ ਉਸ ਸਮੇਂ ਇਹ ਅਖਾਣ ਵਰਤਾਂਗੇ। ਠੀਕ ਹੈ, ਵੀ ਆਪਾਂ ਕਿਸੇ ਮਹਿਮਾਨ ਦੀ ਬਹੁਤ ਵਧੀਆ ਸੇਵਾ ਕੀਤੀ, ਪਰ ਜਦੋਂ ਅਸੀਂ ਉਸ ਮਹਿਮਾਨ ਦੇ ਕੋਲ ਗਏ ਉਹਨਾਂ ਨੇ ਵੀ ਸਾਡੀ ਸੇਮ ਸੇਵਾ ਕੀਤੀ, ਤਾਂ ਉਸ ਤਰ੍ਹਾਂ ਦੀ ਉਸ ਸਮੇਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਆਪਾਂ ਵਰਤ ਸਕਦੇ ਹਾਂ ਜੀ। 22 ਨੰਬਰ ਤੇ ਆ ਜਾਂਦੇ ਹਾਂ, ਆਪਣੇ ਘਰ ਲੱਗੇ ਤਾਂ ਅੱਗ, ਦੂਜੇ ਦੇ ਘਰ ਲੱਗੇ ਤਾਂ ਬਸੰਤਰ। ਠੀਕ ਹੈ ਜੀ, ਉਹ ਗੱਲ ਹੋ ਜਾਂਦੀ ਹੈ ਨਾ ਵੀ ਜਦੋਂ ਖੁਦ ਦੇ ਉੱਪਰ ਬੀਤਦੀ ਆ ਵਿਅਕਤੀ ਨੂੰ ਉਦੋਂ ਹੀ ਪਤਾ ਲੱਗਦਾ, ਉਂਝ ਤਾਂ ਦੂਸਰਿਆਂ ਦੇ ਲਈ ਉਹ ਹਾਸਾ ਹੁੰਦਾ। ਜਦੋਂ ਕੋਈ ਆਪਣਾ ਨੁਕਸਾਨ ਹੋਣ ਉੱਤੇ ਬਹੁਤ ਦੁਖੀ ਹੋਵੇ ਪਰੰਤੂ ਦੂਜਿਆਂ ਦਾ ਉਸੇ ਤਰ੍ਹਾਂ ਦਾ ਨੁਕਸਾਨ ਦੇਖ ਕੇ ਖੁਸ਼ ਹੋਵੇ, ਤਦ ਇਸ ਤਰ੍ਹਾਂ ਦੀ ਅਖੌਤ ਹੈ ਜਿਹੜੀ ਉਹ ਵਰਤੀ ਜਾਂਦੀ ਹੈ ਜੀ। ਠੀਕ ਹੈ, 23 ਨੰਬਰ ਤੇ ਆ ਜਾਂਦੇ ਹਾਂ, ਕਹਿੰਦੇ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ। ਠੀਕ ਹੈ, ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ। ਜਦੋਂ ਕੋਈ ਦੂਸਰਿਆਂ ਦੀ ਲੋੜ ਤੋਂ ਬਿਲਕੁਲ ਬੇਪਰਵਾਹ ਹੋ ਕੇ ਉਹਦੀ ਅਤੀ ਲੋੜੀ ਦੀ ਚੀਜ਼ ਮੰਗੇ। ਠੀਕ ਹੈ ਵੀ, ਦੇਖੋ ਨੈਣ ਸਭ ਤੋਂ ਅਗਲੇ ਲਈ ਕੀਮਤੀ ਚੀਜ਼ ਹੁੰਦੇ ਆ। ਠੀਕ ਹੈ, ਤਾਂ ਉਹੀ ਮੰਗ ਲਿਆ ਜਾਵੇ ਫਿਰ ਤਾਂ ਵਿਅਕਤੀ ਲਈ ਕੀ ਰਹਿ ਜਾਂਦਾ। ਠੀਕ ਹੈ, ਤਾਂ ਵਿਅਕਤੀ ਲਵੇ ਕੀ ਰਹਿ ਜਾਂਦਾ। ਅੱਗੇ 24 ਨੰਬਰ, ਅੰਮਾ ਨਾਲੋਂ ਹੇਜਲੀ 100 ਫਫੇ ਕੁੱਟਣ। ਠੀਕ ਹੈ, ਅੰਮਾ ਨਾਲੋਂ ਹੇਜਲੀ 100 ਫਫੇ ਕੁੱਟਣ। ਜਦੋਂ ਕੋਈ ਬੰਦਾ ਕਿਸੇ ਦੂਜੇ ਨਾਲ ਉਸਦੇ ਸਕਿਆਂ ਨਾਲੋਂ ਵੀ ਵੱਧ ਦਾ ਜਿਹੜਾ ਪਿਆਰ ਹੋਣ ਦਾ ਪਖੰਡ ਕਰਦਾ ਹੈ। ਠੀਕ ਹੈ, ਇੱਥੇ ਪਖੰਡੀ ਵਿਅਕਤੀ ਲਈ ਇਸ ਤਰ੍ਹਾਂ ਦਾ ਵੀ ਅੰਮਾ ਨਾਲੋਂ ਹੇਜਲੀ 100 ਫਫੇ ਕੁੱਟਣ। ਠੀਕ ਹੈ, ਇਸ ਤਰ੍ਹਾਂ ਦੀ ਜਿਹੜੀ ਅਖਾਣ ਉਹ ਵਰਤੀ ਜਾਂਦੀ ਹੈ। 25 ਨੰਬਰ ਤੇ ਆ ਜਾਂਦੇ ਜੀ, ਆਟਾ ਗੁੰਨਦੀ ਹਿਲਦੀ ਕਿਉਂ ਹੈ। ਆਟਾ ਗੁੰਨਦੀ ਏ ਹਿਲਦੀ ਕਿਉਂ ਹੈ। ਇਹ ਕਦੋਂ ਵਰਤੀ, ਜਦੋਂ ਕੋਈ ਐਵੇਂ ਹੀ ਬਹਾਨਾ ਲੱਭ ਕੇ ਕਿਸੇ ਦੇ ਨੁਕਸ ਕੱਢੇ। ਦੇਖੋ ਜਦੋਂ ਆਪਾਂ ਆਟਾ ਗੁੰਨਾਂਗੇ, ਠੀਕ ਹੈ, ਤਾਂ ਓਬਵੀਅਸਲੀ ਆਪਾਂ ਹਿੱਲਾਂਗੇ। ਠੀਕ ਹੈ, ਆਪਾਂ ਨੂੰ ਹਿੱਲ ਜੁਲ ਤਾਂ ਹੋਊਗੀ, ਬਿਨਾਂ ਹਿੱਲੇ ਆਟਾ ਨਹੀਂ ਗੁੰਨਿਆ ਜਾ ਸਕਦਾ। ਪਰ ਬਿਨਾਂ ਫਜ਼ੂਲ ਤੋਂ ਜਦੋਂ ਆਪਾਂ ਨੁਕਸ ਕੱਢਦੇ ਕਿਸੇ ਵੀ ਵਿਅਕਤੀ ਦੇ ਵਿੱਚ, ਉਸ ਸਮੇਂ ਇਸ ਤਰ੍ਹਾਂ ਦੀ ਅਖੌਤ ਹੈ ਜਿਹੜੀ ਉਹ ਵਰਤੀ ਜਾਂਦੀ ਹੈ। 26 ਨੰਬਰ ਤੇ ਆ ਜਾਣਾ, ਆਪ ਬੀਬੀ ਕੋਕਾ ਮੱਤੀ ਦੇਵੇ ਲੋਕਾਂ। ਆਪ ਬੀਬੀ ਕੋਕਾ ਮੱਤੀ ਦੇਵੇ ਲੋਕਾਂ। ਜਦੋਂ ਕੋਈ ਆਪਣੀਆਂ ਖਾਮੀਆਂ ਵੱਲ ਤਾਂ ਧਿਆਨ ਨਾ ਦੇਵੇ ਪਰ ਦੂਜਿਆਂ ਨੂੰ ਸਿੱਖਿਆ ਦੇਵੇ। ਠੀਕ ਹੈ ਜੀ, ਹੁਣ ਇੱਥੇ ਆਪਾਂ ਇਹ ਕਹਿ ਸਕਦੇ ਹਾਂ, ਇੱਥੇ ਇਹ ਕਹਿ ਸਕਦੇ ਹਾਂ ਵੀ ਬੇਬੇ ਜੀ ਦੇ ਆਪਣੇ ਬੱਚੇ ਤਾਂ ਠੀਕ ਹੈ ਹਮੇਸ਼ਾ ਹੀ ਗਲਤ ਕੰਮਾਂ ਦੇ ਵਿੱਚ ਰਹਿੰਦੇ ਆ, ਪਰ ਉਹ ਜਦੋਂ ਸਾਡੇ ਘਰ ਆਉਂਦੀ ਆ ਤਾਂ ਉਹ ਮੇਰੀ ਮਾਂ ਨੂੰ ਕਹਿੰਦੀ ਹੈ ਵੀ ਤੂੰ ਆਪਦੇ ਬੱਚਿਆਂ ਨੂੰ ਸਮਝਾ ਲਿਆ ਕਰ, ਇਹ ਇੱਦਾਂ ਹੀ ਫਿਰਦੇ ਰਹਿੰਦੇ ਆ। ਤਾਂ ਉਸ ਸਮੇਂ ਮੈਂ ਕਿਹਾ ਵੀ ਬੀਬੀ ਨੂੰ ਕਿਹਾ ਵੀ ਆਪ ਬੀਬੀ ਕੋਕਾਂ ਮੱਤੀ ਦੇਵੇ ਲੋਕਾਂ। ਠੀਕ ਹੈ, ਵੀ ਇਹ ਆਪਦੇ ਬੱਚਿਆਂ ਨੂੰ ਸੰਭਾਲ ਲਏ ਪਹਿਲਾਂ ਸਾਡੇ ਵਰਗਾ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਠੀਕ ਹੈ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਜਾਣ ਬੁੱਝ ਕੇ ਕੋਈ ਮੁਸ਼ਕਿਲ ਦੇ ਵਿੱਚ ਫਸ ਜਾਵੇ ਤੇ ਕੋਈ ਮਦਦ ਨਾ ਕਰੇ, ਉਸ ਸਮੇਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਉਹ ਆਪਾਂ ਵਰਤ ਸਕਦੇ ਹਾਂ। ਜਿਵੇਂ ਆਪਾਂ ਇਹ ਕਹੀਏ, ਠੀਕ ਹੈ, ਜਿਵੇਂ ਆਪਾਂ ਇਹ ਕਹੀਏ ਵੀ ਮਾਤਾ ਜੀ ਨੇ ਆਪਣੀ ਬੇਟੀ ਨੂੰ ਸਮਝਾਇਆ ਸੀ ਕਿ ਤੂੰ ਉਸ ਮੁੰਡੇ ਨਾਲ ਵਿਆਹ ਨਾ ਕਰਵਾ, ਉਹ ਦਾਰੂ ਪੀਂਦਾ ਹੈ। ਠੀਕ ਹੈ, ਤਾਂ ਉਹ ਚੰਗਾ ਮੁੰਡਾ ਨਹੀਂ ਹੈ। ਪਰ ਉਸ ਲੜਕੀ ਨੇ ਜੋ ਹੈ ਜਿੱਦ ਦੇ ਵਿੱਚ ਵਿਆਹ ਕਰਵਾ ਲਿਆ ਅਤੇ ਉਹ ਬਾਅਦ ਦੇ ਵਿੱਚ ਮੁੰਡਾ ਉਸਨੂੰ ਜੋ ਹੈ ਕੁੱਟਦਾ ਮਾਰਦਾ, ਤਾਂ ਆਪਣੀ ਬੇਬੇ ਕੋਲ ਵਾਪਸ ਆਉਂਦੀ ਹੈ ਵੀ ਹਾਂ ਮੈਨੂੰ ਕੁੱਟਦਾ ਮਾਰਦਾ। ਤਾਂ ਉਸਦੀ ਬੇਬੇ ਉਸਨੂੰ ਕਹਿੰਦੇ ਆ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਵੀ ਤੂੰ ਜਾਣ ਬੁੱਝ ਕੇ ਤੈਨੂੰ ਸਮਝਾਇਆ ਸੀ, ਤੂੰ ਆਪੇ ਉਸਦੇ ਨਾਲ ਵਿਆਹ ਕਰਾਇਆ, ਹੁਣ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਤੂੰ ਆਪੇ ਮੁਸ਼ਕਿਲ ਦੇ ਵਿੱਚ ਫਸੀ, ਹੁਣ ਤੈਨੂੰ ਅਸੀਂ ਕਿਵੇਂ ਬਚਾਈਏ। ਇਸ ਭੂਗੋਲ ਤੇ ਕੁਝ ਨਾ ਫੋਲ। ਠੀਕ ਹੈ ਜੀ, ਇਸ ਭੂਗੋਲ ਤੇ ਕੁਝ ਨਾ ਫੋਲ। ਜਦੋਂ ਕਿਸੇ ਮਸਲੇ ਜਾਂ ਵਿਅਕਤੀ ਬਾਰੇ ਵਿਸਤਾਰ ਨਾਲ ਗੱਲ ਕੀਤਿਆਂ ਕੇਵਲ ਨੁਕਸ ਜਾਂ ਬੁਰਾਈਆਂ ਹੀ ਲੱਭਣ ਤਾਂ ਇਹ ਕਹਿੰਦੇ ਇਸ ਭੂਗੋਲ ਤੇ ਕੁਝ ਨਾ ਫੋਲ। ਠੀਕ ਹੈ, ਜਦੋਂ ਆਪਾਂ ਕਿਸੇ ਵਿਅਕਤੀ ਬਾਰੇ ਵਿਸਤਾਰ ਨਾਲ ਗੱਲ ਕਰਦੇ ਹਾਂ, ਠੀਕ ਹੈ, ਵੀ ਉਹਦੇ ਵਿੱਚੋਂ ਇਕੱਲੇ ਨੁਕਸ ਅਤੇ ਬੁਰਾਈਆਂ ਹੀ ਲੱਭਣ, ਤਾਂ ਉਦੋਂ ਉਸ ਤਰ੍ਹਾਂ ਦੀ ਆਪਾਂ ਜਿਹੜੀ ਅਖਾਣ ਹੈ ਉਦੋਂ ਵਰਤਦੇ ਹਾਂ। ਠੀਕ ਹੈ ਜੀ, 29 ਨੰਬਰ 'ਤੇ ਗੱਲ ਕਰਦੇ ਹਾਂ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਇਹ ਜੱਗ ਮਿੱਠਾ ਅਗਲਾ ਕਿਨ
ਡਿੱਠਾ ਜੀ। ਜਿਹੜੇ ਬੰਦੇ ਇਸ ਦੁਨੀਆ ਦੇ ਸੁੱਖਾਂ ਤੇ ਮौज ਮਸਤੀਆਂ ਨੂੰ ਮਹੱਤਤਾ ਦਿੰਦੇ ਨੇ ਉਦੋਂ ਆਖਦੇ ਨੇ ਇਸ ਤਰ੍ਹਾਂ ਦੀ ਅਖਾਣ, ਠੀਕ ਹੈ। ਜਿਵੇਂ ਕਹਿ ਦਿੰਦੇ ਆ, ਉਹ ਵਿਅਕਤੀ ਕਹਿ ਦਿੰਦੇ ਆ ਵੀ ਰੱਬਾ ਮੈਨੂੰ ਨਾ ਅਗਲੇ ਜਨਮ ਦੇ ਵਿੱਚ ਵਧੀਆ ਬਣਾ ਕੇ ਦੇ ਦੀ, ਠੀਕ ਹੈ, ਵੀ ਮੈਨੂੰ ਵਧੀਆ ਤਗੜੇ ਘਰੇ ਜਨਮ ਦੇ ਦੀ, ਵੀ ਇੱਥੇ ਤਾਂ ਮੈਂ ਔਖਾਂ ਦੇ ਵਿੱਚ ਆ, ਠੀਕ ਹੈ। ਤਾਂ ਇਸ ਸਮੇਂ ਕਹਿ ਦਿੰਦੇ ਵੀ ਇਹ ਜੱਗ ਮਿੱਠਾ ਅਗਲਾ ਕੀ ਡਿੱਠਾ, ਵੀ ਅਗਲਾ ਕੀ ਨਹੀਂ ਦੇਖਿਆ, ਤੂੰ ਇਸੇ ਜਨਮ ਦੇ ਵਿੱਚ ਹੀ ਜੋ ਆਪਣੀ ਜ਼ਿੰਦਗੀ ਦਾ ਆਨੰਦ ਮਾਣ, ਮਿਹਨਤ ਕਰ, ਠੀਕ ਹੈ, ਖੁਸ਼ ਰਹਿ ਦੂਸਰਿਆਂ ਨਾਲ। ਉਸ ਸਮੇਂ ਆਪਾਂ ਕਹਿ ਦਿੰਦੇ ਹਾਂ। 30 ਨੰਬਰ 'ਤੇ ਇੱਕ ਅਨਾਰ 100 ਬਿਮਾਰ, ਠੀਕ ਹੈ ਜੀ। ਇਹ ਬਹੁਤ ਜ਼ਿਆਦਾ ਪੁੱਛੀ ਜਾਂਦੀ ਹੈ, ਬੱਚੇ 'ਚ ਕਨਫਿਊਜ਼ ਬੜੇ ਹੁੰਦੇ ਆ ਵੀ ਇੱਕ ਅਨਾਰ 100 ਬਿਮਾਰ, ਇਹ ਗੱਲ ਕੀ ਬਣੀ। ਕਹਿੰਦੇ ਜਦੋਂ ਚੀਜ਼ ਘੱਟ ਹੋਵੇ ਤੇ ਉਸਦੀ ਮੰਗ ਕਰਨ ਵਾਲੇ ਜਿਹੜੇ ਬਹੁਤੇ ਹੋਣ, ਉਸ ਸਮੇਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਆਪਾਂ ਵਰਤ ਦਿਆਂਗੇ, ਠੀਕ ਹੈ। ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਵੀ ਸਾਡੇ ਘਰ, ਠੀਕ ਹੈ, ਪਾਣੀ ਦੀ ਜੋ ਹੈ ਮੋਟਰ ਲੱਗੀ ਹੋਈ ਹੈ, ਠੀਕ ਹੈ, ਅਤੇ ਸਾਡੇ ਆਸ ਪੜੋਸ ਦੇ ਸਾਰੇ ਲੋਕ ਮਤਲਬ ਕਿ ਉੱਥੋਂ ਹੀ ਪਾਣੀ ਭਰਨ ਆਉਂਦੇ ਨੇ, ਠੀਕ ਹੈ, ਅਤੇ ਆਪਸ ਦੇ ਵਿੱਚ ਲੜ ਵੀ ਪੈਂਦੇ ਨੇ। ਤਾਂ ਇਹ ਗੱਲ ਹੁੰਦੀ ਹੈ ਇੱਕ ਅਨਾਰ 100 ਬਿਮਾਰ, ਮਤਲਬ ਸਾਡੇ ਇੱਕ ਜਿਹੜੀ ਮੋਟਰ ਲੱਗੀ ਹੋਈ ਹੈ ਅਤੇ ਪਾਣੀ ਭਰਨ ਵਾਲੇ ਇੰਨੇ ਜ਼ਿਆਦਾ ਨੇ। 31 ਨੰਬਰ, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ, ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ, ਠੀਕ ਹੈ। ਜਦੋਂ ਕਿਸੇ ਮੂਰਖ ਦੀ ਮੂਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ, ਇੱਕ ਕਮਲੀ ਸੀ ਵੀ ਦੂਜੀ ਸਿਵਿਆਂ ਦੇ ਰਾਹ ਪੈ ਗਈ, ਹੈ ਨਾ, ਉਹ ਗੱਲ ਹੋ ਗਈ। ਵੀ ਇਹ ਆਪਾਂ ਕਹਿ ਸਕਦੇ ਹਾਂ, ਠੀਕ ਹੈ, ਇਹ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਕੋਈ ਜੋ ਹੈ ਵਧੀਆ ਸੀਗਾ, ਠੀਕ ਹੈ, ਇੱਕ ਤਾਂ ਕਮਲਾ ਸੀ, ਉਤੋਂ ਉਹਨੇ ਗਲਤ ਰਾਹ ਚੁਣ ਲਏ, ਉਸ ਸਮੇਂ ਆਪਾਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਵਰਤ ਸਕਦੇ ਹਾਂ। ਜਿਵੇਂ ਆਪਾਂ ਇਹ ਕਹਿ ਦਈਏ ਵੀ ਜੋ ਹੈ ਉਹਨਾਂ ਦੀ ਜੋ ਹੈ ਜਿਵੇਂ ਆਪਾਂ ਕਹਿ ਦਈਏ ਵੀ ਗੁਰਪ੍ਰੀਤ ਪੜ੍ਹਨ ਦੇ ਵਿੱਚ ਵੀ ਪਹਿਲਾਂ ਠੀਕ ਠਾਕ ਸੀ, ਇਸ ਤੋਂ ਇਲਾਵਾ ਉਸਨੇ ਘਰੋਂ ਭੱਜ ਕੇ ਵੀ ਵਿਆਹ ਕਰਵਾ ਲਿਆ, ਉਹ ਵੀ ਇੱਕ ਸ਼ਰਾਬੀ ਵਿਅਕਤੀ ਨਾਲ। ਤਾਂ ਆਪਾਂ ਇਸ ਤਰ੍ਹਾਂ ਦੀ ਅਖਾਣ ਵੀ ਇੱਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ, ਠੀਕ ਹੈ ਜੀ। ਅੱਗੇ ਹੈ ਜੀ 33 ਨੰਬਰ 'ਤੇ ਸੱਸ ਨਾ ਨਨਾਣ ਵਹੁਟੀ ਆਪੇ ਪ੍ਰਧਾਨ, ਠੀਕ ਹੈ ਜੀ। ਸੱਸ ਨਾ ਨਨਾਣ ਵਹੁਟੀ ਆਪੇ ਪ੍ਰਧਾਨ। ਜਦੋਂ ਘਰ ਵਿੱਚ ਕਿਸੇ ਨੂੰ ਕੋਈ ਰੋਕ ਟੋਕ ਕਰਨ ਵਾਲਾ ਨਾ ਹੋਵੇ ਅਤੇ ਉਹ ਆਪ ਹੁਦਰੀਆਂ, ਠੀਕ ਹੈ, ਆਪਣੀ ਮਨਮਰਜ਼ੀਆਂ ਕਰੇ, ਤਦ ਇਸ ਤਰ੍ਹਾਂ ਦੀ ਅਖਾਣ ਜਿਹੜੀ ਆਪਾਂ ਵਰਤਦੇ ਹਾਂ, ਸੱਸ ਨਾ ਨਨਾਣ ਵਹੁਟੀ ਆਪੇ ਪ੍ਰਧਾਨ। 33 ਨੰਬਰ 'ਤੇ ਸਹਿਜ ਪੱਕੇ ਸੋ ਮੀਠਾ ਹੋਏ, ਸਹਿਜ ਪੱਕੇ ਸੋ ਮੀਠਾ ਹੋਏ। ਠਰੰਮੇ ਨਾਲ ਕੀਤਾ ਕੰਮ ਹੈ ਜਿਹੜਾ ਕਾਹਲੀ ਵਿੱਚ ਕੀਤੇ ਕੰਮ ਤੋਂ ਹਮੇਸ਼ਾ ਹੀ ਉਹ ਠੀਕ ਹੁੰਦਾ, ਸਹਿਜ ਪੱਕੇ ਸੋ ਮੀਠਾ ਹੋਏ, ਠੀਕ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਸਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਮਿਹਨਤ ਕਰਨ ਦੇ ਕਦੇ ਨਾ ਕਦੇ ਸਾਨੂੰ ਸਫਲਤਾ ਜ਼ਰੂਰ ਮਿਲੂਗੀ, ਇਸ ਲਈ ਕਿਹਾ ਜਾਂਦਾ ਵੀ ਸਹਿਜ ਪੱਕੇ ਸੋ ਮੀਠਾ ਹੋਏ। ਹਾਂਜੀ 34 ਨੰਬਰ 'ਤੇ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਬਚ ਜਾਵੇ, ਵੀ ਕਿਸੇ ਅਜਿਹੀ ਜੁਗਤ ਨਾਲ ਚੱਲਣਾ ਕਿ ਕੰਮ ਵੀ ਹੋ ਜਾਵੇ ਅਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ, ਠੀਕ ਹੈ ਜੀ, ਵੀ ਕੰਮ ਵੀ ਬਣ ਜਾਵੇ ਅਤੇ ਕੋਈ ਸਾਡਾ ਨੁਕਸਾਨ ਵੀ ਨਾ ਹੋਵੇ। 35 ਨੰਬਰ 'ਤੇ ਆ ਜਾਂਦੇ ਹਾਂ, ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ, ਠੀਕ ਹੈ, ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ। ਜਦੋਂ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ ਅਤੇ ਪਿੱਛੇ ਉਸ ਨੂੰ ਸਲਾਵੇ ਦਾ ਗਿਆਨ ਹੋ ਜਾਵੇ, ਠੀਕ ਹੈ। ਜਦੋਂ ਕੋਈ ਬੰਦਾ ਕਿਸੇ ਦੇ ਬਾਹਰੀ ਦਿਖਾਵੇ ਉੱਤੇ ਭਰਮ ਜਾਵੇ, ਵੀ ਪਹਿਲਾਂ ਕੋਈ ਵਿਅਕਤੀ ਕਿਸੇ ਦੇ ਝਾਂਸੇ 'ਚ ਆ ਗਿਆ, ਬਾਅਦ ਦੇ ਵਿੱਚ ਉਹਨੂੰ ਪਤਾ ਲੱਗ ਗਿਆ, ਸ਼ਮਲਾ ਤੱਕ ਕੇ ਭੁੱਲੀ ਨਾ ਕੁੱਲੀ ਨਾ ਗੁੱਲੀ, ਠੀਕ ਹੈ, ਉਦੋਂ ਵਰਤਦੇ ਆ ਜੀ। ਅੱਗੇ 36 ਨੰਬਰ 'ਤੇ ਛੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ, ਠੀਕ ਹੈ। ਜਦੋਂ ਇਹ ਵੀ ਤੁਹਾਨੂੰ ਪਤਾ ਹੀ ਹੈ ਪਾਣੀ ਦੇ ਵਿੱਚ ਜਦੋਂ ਤੁਸੀਂ ਛੋਟਾ ਮਾਰੋਗੇ, ਠੀਕ ਹੈ, ਉਹ ਫਿਰ ਦੀ ਫਿਰ ਜੁੜ ਜਾਊਗਾ। ਵੀ ਜਦੋਂ ਇਹ ਦੱਸਣਾ ਹੋਵੇ ਕਿ ਭੁਲੇਖੇ ਪਾਏ ਜਾਣ ਜਾਂ ਫਿਰ ਕਿਸੇ ਦਫੇੜ ਪਾਉਣ ਦੇ ਨਾਲ ਕਦੇ ਵੀ ਸਕੇ ਸ਼ਾਕ ਹੁੰਦੇ ਨੇ ਨਾ, ਠੀਕ ਹੈ, ਆਪਦੇ 'ਚ ਜੁੜੇ ਹੁੰਦੇ ਨੇ ਰਿਸ਼ਤੇ, ਉਹਨਾਂ ਵਿੱਚ ਕਦੇ ਵੀ ਸਦੀਵੀ ਫਰਕ ਨਹੀਂ ਪੈਂਦਾ, ਕਦੇ ਵਿਛੋੜਾ ਨਹੀਂ ਪੈਂਦਾ, ਠੀਕ ਹੈ। ਜਿਵੇਂ ਆਪਾਂ ਇਹ ਕਹਿ ਸਕਦੇ ਵੀ ਗੁਰਪ੍ਰੀਤ ਅਤੇ ਮਨਪ੍ਰੀਤ ਦੀ ਬਹੁਤ ਗੂੜੀ ਦੋਸਤੀ ਹੈ, ਠੀਕ ਹੈ, ਉਹਨਾਂ ਨੂੰ ਕੋਈ ਨਹੀਂ ਤੋੜ ਸਕਦਾ, ਠੀਕ ਹੈ, ਵੀ ਚਾਹੇ ਕੋਈ ਵੀ ਕਿੰਨਾ ਮਰਜ਼ੀ ਜ਼ੋਰ ਲਾ ਲਵੇ, ਵੀ ਛੋਟਿਆਂ ਮਾਰਿਆ ਪਾਣੀ ਦੋ ਨਹੀਂ ਹੁੰਦੇ। ਇਸ ਤਰ੍ਹਾਂ ਦੀ ਕੋਈ ਵੀ ਤੁਸੀਂ ਇਹਨੂੰ ਸਮਝਾਉਣ ਦੇ ਲਈ ਵਰਤ ਸਕਦੇ ਹੋ, ਪਰ ਤੁਹਾਨੂੰ ਸਿਰਫ ਇਹ ਪੁੱਛਿਆ ਜਾ ਸਕਦਾ ਵੀ ਛੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ, ਇਹਦਾ ਮਤਲਬ ਕੀ ਹੁੰਦਾ, ਇਹ ਖਾਣ ਕਦੋਂ ਵਰਤਾਂਗੇ ਆਪਾਂ, ਬਸ ਇਸ ਤਰ੍ਹਾਂ। 100 ਸਿਆਣਿਆਂ ਇੱਕੋ ਮੱਤ ਮੂਰਖ ਆਪੋ ਆਪਣੀ, ਠੀਕ ਹੈ, 100 ਸਿਆਣਿਆਂ ਇੱਕੋ ਮੱਤ ਮੂਰਖ ਆਪੋ ਆਪਣੀ, ਠੀਕ ਹੈ। ਵੀ ਸਮਝਦਾਰ ਬੰਦੇ ਭਾਵੇਂ ਗਿਣਤੀ ਵਿੱਚ ਕਿੰਨੇ ਵੀ ਹੋਣ, ਇੱਕ ਗੱਲ ਉੱਤੇ ਆਸਾਨੀ ਨਾਲ ਜਿਹੜੇ ਸਹਿਮਤ ਹੋ ਜਾਂਦੇ ਨੇ, ਪਰ ਜਿਹੜੇ ਮੂਰਖ ਉਹ ਆਪੋ ਆਪਣੇ ਵਿਚਾਰਾਂ ਨੂੰ ਹੀ ਠੀਕ ਸਮਝਦੇ ਆ ਵੀ ਹਾਂ ਅਸੀਂ ਆਪਣੀ ਜਗ੍ਹਾ ਸਹੀ ਹਾਂ, ਪਰ ਜਿਹੜੇ ਸਿਆਣੇ ਹੁੰਦੇ ਨੇ ਇੱਕ ਮੱਤ ਹੋ ਜਾਂਦੇ ਨੇ। ਅੱਗੇ 38 ਨੰਬਰ 'ਤੇ ਹੱਸਦਿਆਂ ਦੇ ਘਰ ਵਸਦੀ, ਹਾਂਜੀ
ਪ੍ਰਸੰਨ ਚਿੱਤ ਬੰਦੇ ਹਮੇਸ਼ਾ ਖੁਸ਼ੀ ਜੀਵਨ ਜਿਉਂਦੇ ਨੇ, ਤੁਹਾਨੂੰ ਪਤਾ ਹੀ ਹੈ ਵੀ ਤਾਂ ਹੀ ਕਹਿੰਦੇ ਨੇ। ਠੀਕ ਹੈ, ਅਧਿਆਪਕ ਨੇ ਬੱਚਿਆਂ ਨੂੰ ਕਿਹਾ, ਠੀਕ ਹੈ, ਵੀ ਤੁਸੀਂ ਹਮੇਸ਼ਾ ਆਪਸ ਦੇ ਵਿੱਚ ਮਿਲ ਕੇ ਰਿਹਾ ਕਰੋ। ਠੀਕ ਹੈ, ਆਪਸ ਦੇ ਵਿੱਚ ਨਾ ਲੜਿਆ ਕਰੋ। ਠੀਕ ਹੈ, ਤੁਸੀਂ ਜੋ ਅੱਗੇ ਵੀ ਜ਼ਿੰਦਗੀ ਵਿੱਚ ਹੱਸਦੇ ਵੱਸਦੇ ਰਹਿਣਾ, ਵੀ ਖੁਸ਼ ਰਹਿਣਾ, ਕਿਉਂਕਿ ਹੱਸਦਿਆਂ ਦੇ ਘਰ ਵਸਦੇ ਨੇ। ਅੱਗੇ ਆ 39 ਨੰਬਰ, ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ। ਜਦੋਂ ਕੋਈ ਵਿਅਕਤੀ ਬਾਹਰੋਂ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ, ਉਸ ਸਮੇਂ ਇਸ ਤਰ੍ਹਾਂ ਦੀ ਜਿਹੜੀ ਅਖਾਣ ਹੈ ਉਹ ਵਰਤੀ ਜਾਂਦੀ ਹੈ ਜੀ। ਠੀਕ ਹੈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਮਤਲਬ ਇਹ ਕਹਿ ਸਕਦੇ ਇਹਦੇ ਵਿੱਚ ਕੋਈ ਅਖਾਣ ਜਿਵੇਂ ਜੇ ਆਪਾਂ ਵਰਤ ਲਈਏ ਵੀ ਰਮਨ ਨੂੰ ਅਸੀਂ ਵੇਖਿਆ। ਠੀਕ ਹੈ, ਰਮਨ ਨੂੰ ਵੇਖਿਆ ਵੀ ਉਹ ਹੈ ਜਿਹੜਾ ਵੀ ਹਰ ਇੱਕ ਨਾਲ ਮਤਲਬ ਕਿ ਦੋਸਤੀ ਵਿੱਚ ਧੋਖਾ ਕਰਦਾ, ਪਰ ਦੇਖਣ ਨੂੰ ਬਹੁਤ ਜ਼ਿਆਦਾ ਸ਼ਰੀਫ ਲੱਗਦਾ, ਵੀ ਇਹਦੇ ਵਰਗਾ ਮਤਲਬ ਕੋਈ ਚੰਗਾ ਇਨਸਾਨ ਨਹੀਂ ਹੋਣਾ। ਠੀਕ ਹੈ, ਉਹ ਤਾਂ ਉਹ ਗੱਲ ਹੋ ਗਈ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ, ਕਿਉਂਕਿ ਉਹ ਜਿਹੜਾ ਰਮਨ ਹੈ ਹਰ ਇੱਕ ਨਾਲ ਧੋਖਾ ਕਰ ਜਾਂਦਾ, ਪਰ ਦੇਖਣ ਨੂੰ ਹੈ ਜਿਹੜਾ ਬਹੁਤ ਸ਼ਰੀਫ ਤੇ ਨਰਮ ਲੱਗਦਾ। 40 ਨੰਬਰ ਜੀ, ਹਿੰਗ ਲੱਗੇ ਨਾ ਫਟਕੜੀ ਰੰਗ ਨਵੇਕਲ ਆਵੇ। ਹਾਂਜੀ, ਕਈ ਜਗ੍ਹਾ ਨਵੇਲਾ ਹੋਵੇ, ਜਾਂ ਫਿਰ ਇਹ ਹੁੰਦਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ। ਠੀਕ ਹੈ ਜੀ, ਚੋਖਾ ਆਵੇ। ਇਹ ਜਿਹੜੀ ਅਖਾਣ ਹੈ ਇਹ ਵੀ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ, ਵੀ ਜਦੋਂ ਖਰਚ ਅਤੇ ਨੁਕਸਾਨ ਯਤਨ ਕੀਤੇ ਤੋਂ ਬਿਨਾਂ ਹੀ ਕੋਈ ਕੰਮ ਸਿਰੇ ਚੜ੍ਹ ਜਾਵੇ, ਉਦੋਂ ਇਹ ਅਖਾਣ ਹੈ ਜਿਹੜੀ ਉਦੋਂ ਵਰਤੀ ਜਾਂਦੀ ਹੈ। ਠੀਕ ਹੈ ਵੀ ਜਦੋਂ ਇਹ ਆਪਾਂ ਕਹਿ ਸਕਦੇ ਹਾਂ ਵੀ ਜੋ ਹੈ ਇਹਦੇ ਵਿੱਚ ਜਿਵੇਂ ਆਪਾਂ ਲੈਣਾ ਹੋਵੇ ਵੀ ਕੁਲਦੀਪ ਨੂੰ, ਠੀਕ ਹੈ, ਕੁਲਦੀਪ ਨੂੰ ਬਿਨਾਂ ਮਤਲਬ ਕਿ ਮੰਤਰੀ ਦੀ ਸਿਫਾਰਿਸ਼ ਦੇ ਨਾਲ ਨੌਕਰੀ ਮਿਲ ਗਈ, ਇਹ ਤਾਂ ਉਹ ਗੱਲ ਹੋ ਗਈ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ। ਮਤਲਬ ਉਸਨੂੰ ਨਾ ਤਾਂ ਕੋਈ ਪੈਸਾ ਲਾਉਣਾ ਪਿਆ ਅਤੇ ਨਾ ਹੀ ਕੋਈ ਮਿਹਨਤ ਕਰਨੀ ਪਈ, ਉਸਨੂੰ ਸਿਰਫ ਸਿਫਾਰਿਸ਼ ਨਾਲ ਨੌਕਰੀ ਮਿਲ ਗਈ। ਅੱਗੇ ਆ ਜੀ 41 ਨੰਬਰ 'ਤੇ ਹੀਲੇ ਰਿਜ਼ਕ ਬਹਾਨੇ ਮੌਤ। ਹੀਲੇ ਰਿਜ਼ਕ ਬਹਾਨੇ ਮੌਤ, ਵੀ ਰੋਜ਼ੀ ਕਮਾਉਣ ਦੇ ਲਈ ਉੱਦਮ ਕਰਨਾ ਪੈਂਦਾ, ਅਤੇ ਮੌਤ ਹੈ ਜਿਹੜੀ ਉਹ ਕਿਸੇ ਨਾ ਕਿਸੇ ਕਾਰਨ ਦੇ ਕਰਕੇ ਆ ਹੀ ਜਾਂਦੀ ਹੈ। ਪਰ ਆਪਾਂ ਨੂੰ ਆਪਣਾ ਰਿਜ਼ਕ ਕਮਾਉਣ ਦੇ ਲਈ ਹੀਲੇ ਕਰਨੇ ਪੈਂਦੇ, ਹੀਲੇ ਵਸੀਲੇ ਕਰਨੇ ਪੈਂਦੇ ਆ, ਮਿਹਨਤ ਕਰਨੀ ਪੈਂਦੀ ਆ, ਪਰ ਜਿਹੜੀ ਮੌਤ ਆ ਉਹ ਆਪਣੇ ਆਪ ਆਨੇ ਬਹਾਨੇ ਆ ਜਾਂਦੀ ਆ। 42 ਨੰਬਰ 'ਤੇ ਆ ਜਾਂਦੇ ਜੀ, ਕਦੀ ਤੋਲਾ ਕਦੀ ਮਾਸਾ ਉਹਦੀ ਗੱਲ ਦਾ ਕੀ ਪਰਵਾਸਾ। ਠੀਕ ਹੈ, ਉਸ ਬੰਦੇ ਲਈ ਵਰਤ ਦਿੰਦੇ ਆ ਜਿਹੜਾ ਵਿਅਕਤੀ ਆ ਥੋੜ੍ਹੀ ਦੇਰ ਬਾਅਦ ਆਪਣੀ ਕਹੀ ਗੱਲ ਤੋਂ ਬਦਲਦਾ ਰਹਿੰਦਾ। ਠੀਕ ਹੈ, ਕਦੀ ਤੋਲਾ ਕਦੀ ਮਾਸਾ, ਉਹਨੇ ਕਹਿੰਦਾ ਵੀ ਕਦੀ ਤੋਲਾ ਕਦੀ ਮਾਸਾ, ਉਹਦੀ ਗੱਲ ਦਾ ਕੀ ਪਰਵਾਸਾ, ਇਹ ਗੱਲ ਉਦੋਂ ਵਰਤ ਦਿੰਦੇ ਆ ਜਿਹੜਾ ਬਦਲਦਾ ਰਹਿੰਦਾ ਵਿਅਕਤੀ। 43 ਨੰਬਰ 'ਤੇ ਕੱਲ ਨਾਮ ਕਾਲ ਦਾ ਏ। ਠੀਕ ਹੈ, ਵੀ ਆਉਣ ਵਾਲੇ ਸਮੇਂ ਦਾ ਕੋਈ ਭਰੋਸਾ ਨਹੀਂ, ਕੀ ਪਤਾ ਕੱਲ੍ਹ ਨੂੰ ਕੀ ਹੋਣਾ, ਭਾਵ ਕਰਨ ਵਾਲਾ ਕੰਮ ਹੁਣੇ ਕਰ ਲਵੋ, ਅੱਗੇ ਨਾ ਪਾਓ। ਠੀਕ ਹੈ ਜੀ, ਅੱਗੇ ਨਾ ਪਾਓ। ਅਧਿਆਪਕ ਨੇ ਬੱਚਿਆਂ ਨੂੰ ਕਿਹਾ, ਠੀਕ ਹੈ, ਵੀ ਤੁਸੀਂ ਇਹ ਜਿਹੜਾ ਆਪਣਾ ਕੰਮ ਹੈ ਜਿਹੜਾ ਸਮੇਂ ਸਿਰ ਕਰ ਲਿਆ ਕਰੋ, ਵੀ ਬਾਅਦ ਦੇ ਵਿੱਚ ਜਦੋਂ ਪੇਪਰ ਆ ਜਾਂਦੇ ਫਿਰ ਤੁਹਾਨੂੰ ਨੁਕਸਾਨ ਹੋਣਾ। ਠੀਕ ਹੈ, ਫੇਲ ਹੋ ਜਾਓਗੇ। ਤਾਂ ਅਧਿਆਪਕ ਨੇ ਉਸ ਸਮੇਂ ਕਿਹਾ ਕੱਲ ਨਾਮ ਕਾਲ ਦਾ। ਠੀਕ ਹੈ, ਵੀ ਜੇ ਪੜ੍ਹ ਲਓਗੇ ਤਾਂ ਠੀਕ ਹੈ, ਨਹੀਂ ਫੇਲ ਹੋ ਜਾਓਗੇ। ਕਾਲੇ ਕਦੇ ਨਾ ਹੋਵਣ ਬੱਗੇ ਭਾਵੇਂ 100 ਮਣ ਸਾਬਣ ਲੱਗੇ। ਠੀਕ ਹੈ ਜੀ, ਜਦੋਂ ਕਿਸੇ ਨਾ ਬਦਲੇ ਜਾਂ ਸਕਣ ਵਾਲੇ ਲੱਛਣ ਵੱਲ ਇਸ਼ਾਰਾ ਕਰਨਾ ਹੋਵੇ। ਠੀਕ ਹੈ, ਜਦੋਂ ਕਿਸੇ ਦੇ ਨਾ ਬਦਲੇ ਜਾਣ ਵਾਲੇ, ਠੀਕ ਹੈ, ਬਦਲੇ ਜਦੋਂ ਕਿਸੇ ਨਾ ਬਦਲੇ ਵੀ ਜਿਹੜਾ ਬਦਲਿਆ ਨਹੀਂ ਜਾ ਸਕਦਾ ਉਹਦੇ ਲੱਛਣਾਂ ਬਾਰੇ ਇਸ਼ਾਰਾ ਕੀਤਾ, ਉਦੋਂ ਇਹ ਅਖੌਤ ਵਰਤੀ ਜਾਂਦੀ ਹੈ ਵੀ ਇਹਨੂੰ ਕਿੰਨਾ ਮਰਜ਼ੀ। ਠੀਕ ਹੈ, ਜਿਵੇਂ ਆਪਾਂ ਇਹ ਕਹਿ ਦਈਏ ਵੀ ਜਸਪ੍ਰੀਤ ਨੂੰ ਕਿੰਨਾ, ਮਤਲਬ ਜਸਪ੍ਰੀਤ ਹੈ ਜਿਹੜਾ ਉਹ ਕਦੇ ਵੀ ਚੋਰੀ ਕਰਨ ਨੂੰ ਨਹੀਂ ਹਟਦਾ। ਠੀਕ ਹੈ, ਚਾਹੇ ਉਹਨੂੰ ਕਿੰਨਾ ਵੀ ਸਮਝਾ ਲਓ, ਕਿੰਨਾ ਵੀ ਉਸਨੂੰ ਸਹੀ ਸੰਗਤ ਦੇ ਵਿੱਚ ਬਿਠਾ ਲਓ, ਕਿਉਂਕਿ ਕਾਲੇ ਕਦੇ ਨਾ ਹੋਵਣ ਬੱਗੇ ਭਾਵੇਂ 100 ਮਣ ਸਾਬਣ ਲੱਗੀ, ਵੀ ਕਿੰਨੇ ਮਰਜ਼ੀ ਉਹਨੂੰ ਚੰਗੇ ਸੰਗਤਾਂ ਦੇ ਵਿੱਚ ਭੇਜ ਦਿਓ, ਚੋਰੀ ਕਰਨ ਨੂੰ ਨਹੀਂ ਹਟੂਗਾ। 45 ਨੰਬਰ 'ਤੇ ਆ ਜਾਂਦੇ ਹਾਂ, ਕੁੱਕੜ ਖੇ ਉਡਾਏ ਤੇ ਆਪੇ ਝਾਟੇ ਪਾਏ। ਜਦੋਂ ਕੋਈ ਵਿਅਕਤੀ ਹੈ ਜਿਹੜਾ ਕਿਸੇ ਘਟੀਆ ਗੱਲਾਂ ਕਰਕੇ ਆਪਣੇ ਬੇਇੱਜ਼ਤੀ ਆਪ ਹੀ ਕਰਵਾ ਲਵੇ, ਉਦੋਂ ਇਹ ਅਖੌਤ ਹੈ ਜਿਹੜੀ ਆਪਾਂ ਵਰਤਦੇ ਹਾਂ ਜੀ। 46 ਨੰਬਰ 'ਤੇ ਆ ਜਾਂਦੇ ਹਾਂ, ਖਲੋਣ ਨੂੰ ਥਾਂ ਮਿਲੇ ਬਹਿਣ ਨੂੰ ਆਪੇ ਬਣਾ ਲਵਾਂਗੇ। ਠੀਕ ਹੈ, ਖਲੋਣ ਨੂੰ ਥਾਂ ਮਿਲੇ ਬਹਿਣ ਨੂੰ ਆਪੇ ਬਣਾ ਲਵਾਂਗੇ। ਜਦੋਂ ਕੋਈ ਵਿਅਕਤੀ ਥੋੜ੍ਹੀ ਜਿਹੀ ਜਿੰਨੀ ਮਦਦ ਲੈ ਕੇ ਫਿਰ ਆਪਣੀ ਮਿਹਨਤ ਨਾਲ ਆਪਣੇ ਪੈਰਾਂ 'ਤੇ ਖਲੋਣ ਦਾ ਇਰਾਦਾ ਰੱਖਦਾ, ਉਸ ਸਮੇਂ ਅਖਾਣ ਹੈ ਜਿਹੜੀ ਉਹ ਵਰਤੀ ਜਾਂਦੀ ਹੈ। ਜਿਵੇਂ ਆਪਾਂ ਕਹੀਏ ਵੀ ਗੁਰਪ੍ਰੀਤ ਨੇ ਅਧਿਆਪਕ ਨੂੰ ਕਿਹਾ ਵੀ ਸਰ ਮੈਨੂੰ ਥੋੜ੍ਹਾ ਜਿਹਾ ਮਤਲਬ ਕਿ ਦਿਸ਼ਾ ਨਿਰਦੇਸ਼ ਦੇ ਦਿਓ ਵੀ ਮੈਂ ਇਹਦੀ ਤਿਆਰੀ ਕਿਵੇਂ ਕਰਾਂ, ਬਾਅਦ ਦੇ ਵਿੱਚ ਮੈਂ ਆਪਣੀ ਮਿਹਨਤ ਨਾਲ ਤਾਂ ਇਸ ਨੂੰ ਚੀਜ਼ ਨੂੰ ਹਾਸਲ ਕਰ ਹੀ ਲਵਾਂਗਾ। ਤਾਂ ਇਸ ਨੂੰ ਕਹਿੰਦੇ ਖਲੋਣ ਨੂੰ ਥਾਂ ਮਿਲੇ ਬਹਿਣ ਨੂੰ ਆਪੇ ਬਣਾ ਲਈਏ, ਵੀ ਉਸ ਨੂੰ ਥੋੜ੍ਹਾ ਜਿਹਾ ਜੇ ਦਿਸ਼ਾ ਨਿਰਦੇਸ਼ ਮਿਲ ਗਿਆ ਤਾਂ ਅੱਗੇ ਤੋਂ ਆਪਣੀ ਮੰਜ਼ਿਲ ਲੱਭ ਹੀ ਲਏਗਾ। ਠੀਕ ਹੈ, 47 ਨੰਬਰ ਖਾਈਏ ਦਾਲ ਜਿਹੜੀ ਨਿਵੇ ਨਾਲ। ਠੀਕ ਹੈ,
ਜਦੋਂ ਇਹ ਦੱਸਣਾ ਹੋਵੇ ਕਿ ਸਾਦਾ ਭੋਜਨ ਹੀ ਸਦਾ ਨਾਲ ਨਿਭਦਾ ਹੈ ਤਾਂ ਉਦੋਂ ਇਹ ਅਖਾਣ ਹੈ ਜਿਹੜੀ ਉਦੋਂ ਵਰਤੀ ਜਾਂਦੀ ਹੈ। 48 ਨੰਬਰ ਤੇ ਆ ਜਾਂਦੇ ਆ। ਕਹਿੰਦੇ ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਗੂੰਗੀ। ਠੀਕ ਹੈ, ਜਦੋਂ ਕੋਈ ਵਿਅਕਤੀ ਖਾਣ ਪੀਣ ਲਈ ਤਾਂ ਤਿਆਰ ਰਹੇ ਪਰ ਕੰਮ ਕਰਨ ਵੇਲੇ ਬਹਾਨੇ ਬਣਾਵੇ ਤਾਂ ਉਦੋਂ ਹੀ ਕਿਹਾ ਜਾਂਦਾ ਹੈ। ਜਿਵੇਂ ਆਪਾਂ ਇਹ ਕਹੀਏ ਵੀ ਜਸਪ੍ਰੀਤ ਨੂੰ ਮੈਂ ਕਿਹਾ ਵੀ ਚੱਲ ਆਪਾਂ ਬਾਹਰ ਚੱਲੀਏ ਹੋਟਲ 'ਤੇ ਖਾਣ, ਤਾਂ ਉਸ ਨੇ ਝੱਟ ਹਾਂ ਕਰ ਦਿੱਤੀ। ਪਰ ਮੈਂ ਜਦੋਂ ਉਸ ਨੂੰ ਦੂਸਰੇ ਦਿਨ ਕਿਹਾ ਵੀ ਮੇਰੇ ਘਰ ਦੇ ਵਿੱਚ ਥੋੜ੍ਹਾ ਜਿਹਾ ਕੰਮ ਕਰਨ ਵਾਲਾ ਰਹਿੰਦਾ, ਜਾਂ ਮੇਰਾ ਸਕੂਲ ਦਾ ਕੰਮ ਹੈ, ਜਾਂ ਫਿਰ ਕੁਝ ਵੀ ਆਪਾਂ ਕਹਿ ਸਕਦੇ ਹਾਂ, ਤਾਂ ਉਸਨੇ ਆਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਤਾਂ ਉਸ ਸਮੇਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਵਰਤੀ ਜਾਂਦੀ ਹੈ। 49 ਨੰਬਰ, ਗਏ ਨਿਮਾਣੇ ਰੋਜੜੇ ਰਹਿ ਗਏ ਨੇ 9 ਤੇ 20। ਠੀਕ ਹੈ, ਗਏ ਨਿਮਾਣੇ ਰੋਜੜੇ ਰਹਿ ਗਏ 9 ਤੇ 20। ਜਦ ਕਰਨ ਵਾਲਾ ਕੰਮ ਤਾਂ ਬਹੁਤ ਪਿਆ ਹੋਵੇ ਤਾਂ ਮਨ ਨੂੰ ਧਰਵਾਸ ਦੇਣ ਦੇ ਲਈ ਇਹ ਅਖੌਤ ਹੈ ਜਿਹੜੀ ਵਰਤੀ ਜਾਂਦੀ ਹੈ ਵੀ ਹੁਣ ਤਾਂ ਚਲੋ ਸਾਰਾ ਕੰਮ ਨਿਬੜ ਗਿਆ, ਥੋੜ੍ਹੀ ਰਹਿ ਗਿਆ 9-20 ਦਾ, ਹੈ ਨਾ। 50 ਨੰਬਰ, ਗੱਲ ਲਾਈ ਗਿੱਟੇ ਕੋਈ ਰੋਵੇ ਕੋਈ ਪਿੱਟੇ। ਠੀਕ ਹੈ, ਕਿਸੇ ਨੂੰ ਬਿਨਾਂ ਸੋਚੇ ਸਮਝੇ ਅਜਿਹੀ ਚੁਭਵੀਂ ਗੱਲ ਕਹਿ ਦੇਣੀ ਕਿ ਜਿਸ ਨੂੰ ਸੁਣ ਕੇ ਅਗਲੇ ਦਾ ਮਨ ਆ ਜਿਹੜਾ ਬਹੁਤ ਦੁਖੀ ਹੋਵੇ। ਵੀ ਆਪਾਂ ਕਹਿੰਦੇ ਵੀ ਮੈਨੂੰ ਨਹੀਂ, ਮੈਂ ਤਾਂ ਗੱਲ ਕਹਿਤੀ ਵੀ ਕਿਸੇ ਦੇ ਗਿੱਟੇ ਲੱਗੇ, ਹੈ ਨਾ, ਆਪਾਂ ਕਹਿੰਦੇ ਹਾਂ ਗੋਡੇ ਲੱਗੇ ਗਿੱਟੇ ਲੱਗੇ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਆਪਾਂ ਨੂੰ ਸੋਚ ਸਮਝ ਕੇ ਕੋਈ ਵੀ ਜਿਹੜੀ ਗੱਲ ਹੈ ਉਹ ਕਹਿਣੀ ਚਾਹੀਦੀ। 51 ਨੰਬਰ, ਗੱਲੀ ਬਾਤੀ ਮੈਂ ਵੱਡੀ ਕਰਤੂਤੋਂ ਵੱਡੀ ਜਠਾਣੀ। ਜਦੋਂ ਕੋਈ ਸਿਰਫ ਗੱਲਾਂ ਨਾਲ ਆਪਣੇ ਆਪ ਨੂੰ ਵੱਡਾ ਜਤਾਵੇ ਪਰ ਕੰਮ ਨਾ ਕਰੇ ਅਤੇ ਕੰਮ ਕਰਨ ਦੇ ਮੌਕੇ ਟਾਲ ਜਾਵੇ, ਉਸ ਬੰਦੇ ਦੇ ਲਈ ਇਹ ਅਖੌਤ ਹੈ ਜਿਹੜੀ ਉਦੋਂ ਵਰਤੀ ਜਾਂਦੀ ਹੈ। ਠੀਕ ਹੈ ਜੀ। 52 ਨੰਬਰ ਤੇ ਆ ਜਾਂਦੇ ਆ। ਕਹਿੰਦੇ ਗੁੜ ਕੀ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ। ਜਦੋਂ ਕੋਈ ਬੰਦਾ ਜਿਹੜਾ ਸਾਂਝੀ ਚੀਜ਼ ਵਿੱਚੋਂ ਆਪਣਾ ਹਿੱਸਾ ਤਾਂ ਪੂਰਾ ਲੈਣਾ ਚਾਹੁੰਦਾ ਪਰ ਆਪਣੇ ਹਿੱਸੇ ਦਾ ਖਰਚ ਕਰਨ ਤੋਂ ਸੰਕੋਚ ਕਰਦਾ, ਉਸ ਸਮੇਂ ਇਹ ਅਖੌਤ ਹੈ ਜਿਹੜੀ ਉਹ ਵਰਤੀ ਜਾਂਦੀ ਹੈ ਜੀ। ਠੀਕ ਹੈ, ਅੱਗੇ ਆ 53 ਨੰਬਰ ਤੇ, ਗੁੜ ਦਿੱਤਿਆਂ ਜੇ ਦੁਸ਼ਮਣ ਮਰੇ ਮੋਹਰਾ ਕਿਉਂ ਦਈਏ। ਠੀਕ ਹੈ, ਗੁੜ ਦਿੱਤਿਆਂ ਜੇ ਦੁਸ਼ਮਣ ਮਰੇ ਮੋਹਰਾ ਕਿਉਂ ਦਈਏ। ਜੇ ਕੋਈ ਨਰਮੀ ਨਾਲ ਨਿਪਟਾਇਆ ਜਾ ਸਕਦਾ ਹੋਵੇ ਤਾਂ ਉਸਨੂੰ ਸਖਤੀ ਵਤੀਰੇ ਨਾਲ ਕਰਨ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਇਹ ਸੀਗੀਆਂ ਕੁਝ ਅਖਾਣਾਂ ਕਾਫੀ ਜ਼ਿਆਦਾ ਫੇਮਸ। ਠੀਕ ਹੈ ਜੀ, ਬਹੁਤ ਸੋਹਣੀਆਂ। ਵੈਸੇ ਹਰ ਇੱਕ ਗੱਲ ਨੂੰ ਦੇਖੋ, ਹਰ ਇੱਕ ਜਿੰਨੇ ਵੀ ਅਖਾਣਾਂ ਆਪਾਂ ਪੜ੍ਹੀਆਂ, ਹਰ ਇੱਕ ਦੇ ਵਿੱਚ ਇੱਕ ਫੈਕਟ ਹੈ, ਹਰ ਇੱਕ ਦੇ ਵਿੱਚ ਇੱਕ ਤੁਹਾਨੂੰ ਸੱਚਾਈ ਵੇਖਣ ਨੂੰ ਮਿਲਦੀ ਹੈ। ਕਿਉਂਕਿ ਇਹ ਜਿਹੜੀਆਂ ਬਣੀਆਂ ਨੇ ਅਖਾਣਾਂ ਬਣੀਆਂ ਨੇ, ਇਹ ਐਵੇਂ ਨਹੀਂ ਬਣੀਆਂ, ਇਹ ਕੋਈ ਨਾ ਕੋਈ ਚੀਜ਼ ਦੇ ਆਧਾਰ 'ਤੇ ਬਣੀਆਂ ਹੋਈਆਂ ਨੇ, ਕੋਈ ਇਹਨਾਂ ਦੇ ਪਿੱਛੇ ਫੈਕਟ ਹੁੰਦਾ। ਠੀਕ ਹੈ ਜੀ, ਇਹ ਇਹਨਾਂ ਦਾ ਫਰਕ ਹੈ ਜੀ ਮੁਹਾਵਰਿਆਂ ਨਾਲੋਂ। ਵੀ ਇਹ ਗੱਲ ਜਦੋਂ ਇਹ ਬੋਲ ਦਿੱਤੀ ਜਾਂਦੀ ਹੈ ਆਪਾਂ ਨੂੰ ਗੱਲ ਕਲੀਅਰ ਹੋ ਜਾਂਦੀ ਵੀ ਕਿਸ ਗੱਲ ਵੱਲ ਇਸ਼ਾਰਾ ਜਿਹੜਾ ਉਹ ਕੀਤਾ ਜਾ ਰਿਹਾ। ਠੀਕ ਹੈ ਜੀ, ਹਾਂਜੀ, ਕਿਉਂਕਿ ਇਹਦੇ ਵਿੱਚ ਜਿਹੜੀ ਗੱਲ ਹੈ ਉਹ ਸਿੱਧੀ ਨਹੀਂ, ਆਪਾਂ ਨੂੰ ਸਮਝਣਾ ਪੈਂਦਾ ਉਸਦੇ ਅਰਥਾਂ ਨੂੰ। ਜਿਵੇਂ ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ ਗੂੰਗੀ। ਠੀਕ ਹੈ, ਆਪਾਂ ਨੂੰ ਪਤਾ ਹੀ ਹੈ ਵੀ ਵਿਅਕਤੀ ਹੈ ਜਿਹੜਾ ਉਹ ਇਹ ਨਹੀਂ ਹੈਗਾ ਵੀ ਕਿਸੇ ਇੱਕ ਦੀ ਗੱਲ ਹੋ ਰਹੀ ਹੈ। ਠੀਕ ਹੈ, ਕਿਸੇ ਇੱਕ ਦੀ ਗੱਲ ਨਹੀਂ ਹੋ ਰਹੀ, ਇਹ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਕੰਮ ਕਰਨ ਤੋਂ ਜੀ ਚਰਾਉਂਦੇ ਨੇ। ਠੀਕ ਹੈ, ਅਤੇ ਖਾਣ ਪੀਣ ਨੂੰ ਹਮੇਸ਼ਾ ਅੱਗੇ ਰਹਿੰਦੇ ਆ, ਉਹਨਾਂ ਦੀ ਗੱਲ ਹੁੰਦੀ ਹੈ ਵੀ ਖਾਣ ਪੀਣ ਨੂੰ ਚੰਗੀ ਭਲੀ, ਰਾਮ ਜਪਣ ਨੂੰ। ਇੱਥੇ ਰਾਮ ਜਪਣ ਨੂੰ ਸਿਰਫ ਰੱਬ ਦਾ ਨਾਮ ਦੀ ਗੱਲ ਨਹੀਂ ਹੋ ਰਹੀ, ਇੱਥੇ ਕਿਸੇ ਵਿਅਕਤੀ ਨੂੰ ਕੰਮ ਕਰਨ ਦੇ ਲਈ ਵੀ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਉਦੋਂ ਇਹ ਅਖਾਣ ਆਪਾਂ ਵਰਤਦੇ ਹਾਂ ਜੀ। ਹਾਂਜੀ, ਤੁਸੀਂ ਇਹ ਸਾਰੇ ਸਮਝ ਗਏ ਹੋਵੋਗੇ। ਅਤੇ ਅੱਗੇ ਗੱਲ ਕਰਦੇ ਹਾਂ, ਕੁਝ ਆਪਾਂ MCQ ਲੈ ਕੇ ਆਏ ਤਾਂ ਕਿ ਤੁਹਾਨੂੰ ਕਲੀਅਰ ਹੋ ਸਕੇ ਵੀ ਕਿਸ ਤਰ੍ਹਾਂ ਦੇ ਪ੍ਰਸ਼ਨ ਨੇ ਜਿਹੜੇ ਤੁਹਾਨੂੰ ਐਗਜ਼ਾਮ ਦੇ ਵਿੱਚ ਐਗਜ਼ਾਮੀਨਰ ਹੈ ਜਿਹੜਾ ਪੁੱਛ ਸਕਦਾ ਹੈ। ਜਿਸ ਦੇ ਵਿੱਚੋਂ ਪਹਿਲਾ ਪ੍ਰਸ਼ਨ ਹੈ, ਆਮ ਤੌਰ 'ਤੇ ਪਤੀ ਪਤਨੀ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਨਸੀਹਤ ਸਮੇਂ, ਠੀਕ ਹੈ, ਨਸੀਹਤ ਦਿੰਦੇ ਨੇ, ਉਸ ਸਮੇਂ ਕਿਹੜੀ ਅਖਾਣ ਵਰਤ ਸਕਦੇ ਨੇ। ਠੀਕ ਹੈ ਜੀ, ਪਤੀ ਪਤਨੀ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਨਸੀਹਤ ਜਦੋਂ ਦਿੰਦੇ ਨੇ ਉਦੋਂ ਕਿਹੜੀ ਅਖਾਣ ਵਰਤਾਂਗੇ ਜੀ। ਹੱਥ ਕੰਗਣ ਨੂੰ ਆਰਸੀ, ਪੜ੍ਹੇ ਲਿਖੇ ਨੂੰ ਫਾਰਸੀ ਨਹੀਂ ਜੀ, ਹੱਥ ਨੂੰ ਹੱਥ ਦੀ ਲੋੜ ਨਹੀਂ। ਇਹਦੇ ਵਿੱਚ ਆਪਾਂ ਵਰਤਾਂਗੇ ਹੱਥ ਨੂੰ ਹੱਥ ਧੋਂਦਾ ਹੈ। ਠੀਕ ਹੈ ਵੀ, ਕਿਉਂਕਿ ਪਤੀ ਪਤਨੀ ਨੇ ਜਿਹੜੇ ਇੱਕ ਦੂਜੇ ਦਾ ਸਹਾਰਾ ਹੁੰਦੇ ਨੇ। ਠੀਕ ਹੈ, ਉਹ ਇੱਕ ਦੂਜੇ ਨੂੰ ਨਸੀਹਤ ਦਿੰਦੇ ਨੇ ਖੁਸ਼ ਰੱਖਣ ਦੀ ਵੀ ਆਪਾਂ ਹੱਥ ਨੂੰ ਹੱਥ ਹੀ ਧੋਂਦਾ। ਠੀਕ ਹੈ, ਆਪਾਂ ਇੱਕ ਦੂਜੇ ਬਿਨਾਂ ਆਪਣਾ ਗੁਜ਼ਾਰਾ ਨਹੀਂ ਹੋਣਾ। ਠੀਕ ਹੈ ਵੀ, ਤੂੰ ਵੀ ਇਕੱਲੇ ਨਹੀਂ ਰਹਿ ਸਕਦੀ ਅਤੇ ਮੈਂ ਵੀ, ਆਪਾਂ ਨੂੰ ਮਿਲ ਕੇ ਰਹਿਣਾ ਪਊਗਾ। ਦੂਸਰਾ ਨੰਬਰ, ਖਰਬੂਜੇ ਨੂੰ ਵੇਖ ਕੇ ਡੈਸ਼ ਰੰਗ ਬਦਲਦਾ ਹੈ। ਹਾਂਜੀ, ਆਪਾਂ ਨੂੰ ਪਤਾ ਹੀ ਹੈ ਇਹ ਅਖਾਣ ਤੁਸੀਂ ਛੋਟੀਆਂ ਕਲਾਸਾਂ ਤੋਂ ਲੈ ਕੇ ਹੁਣ ਤੱਕ ਪੜ੍ਹਦੇ ਹੀ ਆ ਰਹੇ ਹੋਣੇ ਵੀ ਕਿਸ ਤਰ੍ਹਾਂ ਇਹ ਅਖਾਣ ਆ ਜਿਹੜੀ ਪੂਰੀ ਹੁੰਦੀ ਹੈ। ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲਦਾ ਹੈ, ਇਹ ਤੁਸੀਂ ਅਖਾਣ ਅਕਸਰ ਪੜ੍ਹੀ ਹੈ। ਹਾਂਜੀ, ਤੀਸਰਾ ਨੰਬਰ ਹੈ ਜੀ, ਹਿੰਗ ਲੱਗੇ ਨਾ ਫਿਟਕਰੀ ਰੰਗ ਚੋਖਾ ਆਵੇ। ਠੀਕ ਹੈ ਜੀ, ਇਸ ਦਾ ਮਤਲਬ ਮੀਨਿੰਗ ਹੈ ਜਿਹੜਾ ਉਹ ਤੁਹਾਨੂੰ ਪੁੱਛਿਆ ਗਿਆ ਵੀ ਕਿਸ ਤਰ੍ਹਾਂ ਦੀ ਗੱਲ ਦੇ ਵੱਲ ਇਸ਼ਾਰਾ ਕਰਨ ਵਾਲੀ ਅਖਾਣ ਹੈ। ਠੀਕ ਹੈ, ਇਹਦੇ ਵਿੱਚ ਜਿਵੇਂ ਪਹਿਲੇ ਆਪਸ਼ਨ ਹੈ ਮਿਹਨਤ ਘੱਟ ਫਲ ਚੰਗਾ,
ठीक है, डुबदे नूं बचाउण समय, ठीक है, तुहानूं पता ही है हिंग लगे ना फड़कड़ी, भी मेहनत घट हिंग लगे ना फड़कड़ी, भी सानूं मेहनत भी घट करनी पे ते रंग चोखा आवे, जानी कि उहदा सानूं चंगा फल भी मिल जे। तां इहदी पहली ऑप्शन बिल्कुल सही होगी, मेहनत घट करिए ते सानूं फल चंगा मिल जे, हिंग लगे ना फिटकरी रंग चोखा। हाँ जी, अगे गल करदे आ चौथे नंबर ते। हाँ जी, चौथे नंबर दी अपनी की है, कहंदे जद कुछ चीज़ अपने पासों, जद कोई चीज़ अपने पासों खुश रही होवे ਤਾਂ ਉਸਨੂੰ ਕਿਸੇ ਨੂੰ ਦੇ ਕੇ ਭਲਾਈ ਵੀ ਹੋ ਜਾਂਦੀ ਹੈ। ਠੀਕ ਹੈ, ਵੀ ਕੋਈ ਚੀਜ਼ ਆਪਣੇ ਕੋਲੋਂ ਜਾ ਰਹੀ ਆ ਪਰ ਉਹ ਕਿਸੇ ਦਾ ਭਲਾ ਵੀ ਹੋ ਰਿਹਾ ਉਸ ਨਾਲ, ਠੀਕ ਹੈ, ਤਾਂ ਉਦੋਂ ਆਪਾਂ ਕੀ ਕਹਾਂਗੇ, ਸਾਰਾ ਜਾਂਦਾ ਵੇਖੀਏ ਅੱਧਾ ਦੀਏ ਵੰਡ ਉਸ ਸਮੇਂ। ਠੀਕ ਹੈ ਜੀ, ਵੀ ਚਲੋ ਕਿਸੇ ਦਾ ਤਾਂ ਜਦੋਂ ਸਾਰੀ ਚੀਜ਼ ਜਾ ਰਹੀ ਹੈ, ਠੀਕ ਹੈ, ਆਪਾਂ ਉਹਦੇ ਵਿੱਚ ਕੁਝ ਹਿੱਸਾ ਦੇ ਤਾਂ ਕਿ ਕਿਸੇ ਦੀ ਭਲਾਈ ਹੋ ਜੇ। ਜਦ ਕੁਝ ਚੀਜ਼ ਆਪਣੇ ਕੋਲੋਂ ਖੁਸ਼ ਰਹੀ ਹੋਵੇ, ਯਾਨੀ ਕਿ ਜਾ ਰਹੀ ਆਪਣੇ ਕੋਲ ਨਹੀਂ ਰਹਿ ਰਹੀ, ਉਹਦਾ ਕੁਝ ਹਿੱਸਾ ਆਪਾਂ ਕਿਸੇ ਨੂੰ ਦੇ ਦਾਂਗੇ ਤਾਂ ਅਗਲੇ ਦਾ ਭਲਾ ਹੋ ਜੂਗਾ ਜੀ। 5 ਨੰਬਰ, ਆਪੇ ਡੈਸ਼ ਤੈਨੂੰ ਕੌਣ ਡੈਸ਼। ਹਾਂਜੀ, ਆਪੇ ਫਾਥੜੀਏ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ। ਇਹ ਆਪਾਂ ਅਕਸਰ ਜੋ ਹੈ ਪੜ੍ਹਦੇ ਹੁੰਦੇ ਹਾਂ। ਠੀਕ ਹੈ, ਆਪਾਂ ਤੁਹਾਨੂੰ ਪਹਿਲਾਂ ਵੀ ਇਹ ਖਾਣ ਉੱਪਰ ਆਈ ਸੀਗੀ, ਜਿਹਦਾ ਮਤਲਬ ਇਹ ਹੁੰਦਾ ਵੀ ਜਦੋਂ ਖੁਦ ਹੀ ਆਪਾਂ ਮੁਸੀਬਤ ਦੇ ਵਿੱਚ ਫਸ ਗਏ, ਠੀਕ ਹੈ, ਆਪ ਹੀ ਮੁਸ਼ਕਿਲ ਦੇ ਵਿੱਚ ਪਏ ਹਾਂ, ਤਾਂ ਆਪਾਂ ਨੂੰ ਕੌਣ ਬਾਅਦ ਦੇ ਵਿੱਚ ਉਸ ਦੇ ਵਿੱਚੋਂ ਬਚਾਵੇ। ਠੀਕ ਹੈ, 6 ਨੰਬਰ 'ਤੇ ਹੈ ਜੀ, ਕਿਸੇ ਰੁਤਬੇ ਕਾਰਨ ਇੱਜ਼ਤ ਵਧਣ ਦੇ ਮੌਕੇ ਲਈ ਕਿਹੜਾ ਅਖਾਣ ਜਿਹੜਾ ਢੁਕਵਾ ਹੈ, ਵੀ ਕਿਸੇ ਰੁਤਬੇ ਕਾਰਨ ਇੱਜ਼ਤ ਵਧਣ ਦੇ ਜਦੋਂ ਮੌਕੇ ਆਉਂਦੇ ਤਾਂ ਇਹਦੇ ਵਿੱਚ ਦੇਖੋ। ਹਾਂਜੀ, ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ। ਠੀਕ ਹੈ ਜੀ, ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ, ਮਤਲਬ ਜਿਸ ਤਰ੍ਹਾਂ ਤੇਰੀ ਆਦਰ ਹੈ ਜਿਹੜਾ, ਠੀਕ ਹੈ, ਵੀ ਵਿਅਕਤੀ ਦੀ ਜਿਹੜੀ ਆਦਰ ਹੈ ਉਹ ਉਸਦੀ ਚਾਦਰ ਨੂੰ ਵੇਖ ਕੇ, ਯਾਨੀ ਕਿ ਉਸਦੇ ਸਟੇਟਸ ਨੂੰ ਵੇਖ ਕੇ ਉਹਦਾ ਆਦਰ ਸਤਿਕਾਰ ਲੋਕ ਕਰਦੇ ਆ। ਠੀਕ ਹੈ, ਅੱਗੇ ਗੱਲ ਕਰਦੇ ਹਾਂ, ਅੱਗੇ ਸੱਪ ਤੇ ਪਿੱਛੇ ਸੀ। ਠੀਕ ਹੈ, ਅੱਗੇ ਸੱਪ ਤੇ ਪਿੱਛੇ ਸੀ, ਇਹ ਅਖਾਣ ਆਪਾਂ ਅਕਸਰ ਵਰਤਦੇ ਹਾਂ। ਦੇਖੋ, ਇਸ ਤਰ੍ਹਾਂ ਦੀਆਂ ਅਖਾਣਾਂ ਦਾ ਆਪਾਂ ਨੂੰ ਜ਼ਿਆਦਾ ਕੰਮ ਔਖਾ ਹੋ ਜਾਂਦਾ ਜਦੋਂ ਆਪਾਂ ਨੂੰ ਜਗ੍ਹਾ ਕਿਹਾ ਜਾਵੇ ਵੀ ਇਸ ਦੀ ਜਗ੍ਹਾ ਕੀ ਸ਼ਬਦ ਵਰਤਾਂਗੇ ਆਪਾਂ, ਤਾਂ ਇਹਦੇ ਵਿੱਚ ਜ਼ਿਆਦਾਤਰ ਬੱਚੇ ਗਲਤੀਆਂ ਕਰਕੇ ਆਉਂਦੇ ਆ। ਤਾਂ ਤੁਸੀਂ ਜੋ ਹੈ ਅਖਾਣਾਂ ਨੂੰ ਇੱਕ ਵਾਰੀ ਆਪਣੀ ਨਿਗਾਹ ਨਾਲ ਚੰਗੀ ਤਰ੍ਹਾਂ ਉਹਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਪੜ੍ਹਨਾ ਜ਼ਰੂਰੀ ਹੈ, ਨਹੀਂ ਫਿਰ ਛੋਟੀਆਂ ਛੋਟੀਆਂ ਗਲਤੀਆਂ ਹੋਣ ਦੀ ਗੁੰਜਾਇਸ਼ ਜਿਹੜੀ ਉਹ ਜ਼ਿਆਦਾ ਰਹਿੰਦੀ ਹੈ। ਹਾਂਜੀ, 8 ਨੰਬਰ 'ਤੇ ਸਰਫੀਆਂ ਦੀ ਲੁੱਟ ਕੋਲਿਆਂ 'ਤੇ ਮੋਹਰਾਂ। ਠੀਕ ਹੈ ਜੀ, ਇਹਦਾ ਮਤਲਬ ਕੀ ਹੁੰਦਾ ਵੀ ਕੀਮਤੀ ਚੀਜ਼ਾਂ ਦੀ ਥਾਂ ਜਦੋਂ ਨਿਗੂਣੀਆਂ ਜਿਹੀਆਂ ਚੀਜ਼ਾਂ ਦੀ ਸੰਭਾਲ ਕਰਦਾ ਫਿਰੇ ਕੋਈ ਵਿਅਕਤੀ, ਤਾਂ ਉਸ ਸਮੇਂ ਇਸ ਤਰ੍ਹਾਂ ਦੀ ਅਖਾਣ ਹੈ ਜਿਹੜੀ ਉਹ ਵਰਤੀ ਜਾਂਦੀ ਹੈ। 9 ਨੰਬਰ 'ਤੇ ਆ ਜਾਂਦੇ ਜੀ, 9 ਨੰਬਰ ਆਪਣਾ MCQ, ਕਹਿੰਦੇ ਉੱਠੋ ਉੱਠੋਂ ਦਾ ਉੱਠ ਨਹੀਂ ਰੇਤੇ ਦੀ ਮੁੱਠ। ਠੀਕ ਹੈ, ਉੱਠੋਂ ਦਾ ਉੱਠ ਨਹੀਂ ਰੇਤੇ ਦੀ ਮੁੱਠ, ਇਹਦੇ ਵਿੱਚ ਕੀ ਆ ਗਿਆ ਵੀ ਕੰਮ ਨਾ ਕਰਨ ਵਾਲਾ ਵਿਅਕਤੀ ਜਦੋਂ ਕੰਮ ਨਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਬੇਕਾਰ ਹੁੰਦਾ। ਠੀਕ ਹੈ ਜੀ, ਉੱਠੋ ਦਾ ਉੱਠ ਨਹੀਂ ਰੇਤੇ ਦੀ ਮੁੱਠ, ਵੀ ਜੇ ਤੁਸੀਂ ਪੈ ਰਹਿਣੇ ਹੋ ਸਾਰਾ ਦਿਨ ਮਿਹਨਤ ਨਹੀਂ ਕਰਦੇ ਤਾਂ ਤੁਹਾਡੀ ਕੋਈ ਕੀਮਤ ਨਹੀਂ ਹੈ। ਠੀਕ ਹੈ, ਜੇ ਤੁਸੀਂ ਉੱਠੋਗੇ ਮਿਹਨਤ ਕਰੋਗੇ, ਠੀਕ ਹੈ, ਤੁਸੀਂ ਤਾਂ ਹੀ ਅੱਗੇ ਜੋ ਹੈ ਵਿਕਾਸ ਕਰ ਸਕੋਗੇ ਆਪਣੀ ਜ਼ਿੰਦਗੀ। ਆਰੀ ਨੂੰ ਇੱਕ ਪਾਸੇ ਦੰਦੇ ਤੇ ਡੈਸ਼ ਨੂੰ ਦੋ ਹੀ ਪਾਸੇ। ਠੀਕ ਹੈ, ਹਾਂਜੀ ਹਾਂਜੀ, ਤਾਂ ਕਿਸ ਨੂੰ, ਜਹਾਨ ਨੂੰ ਦੋ ਹੀ ਪਾਸੇ, ਵੀ ਜਿਹੜਾ ਜਹਾਨ ਹੈ, ਤੁਸੀਂ ਕੋਈ ਵੀ ਆ, ਜਹਾਨ ਨੇ ਤੁਹਾਨੂੰ ਮਾੜਾ ਚੰਗਾ ਕਹਿਣੀ ਹੈ, ਇਸ ਕਰਕੇ ਤੁਸੀਂ ਦੁਨੀਆ ਦੀ ਪਰਵਾਹ ਨਹੀਂ ਕਰਨੀ, ਜੋ ਤੁਹਾਨੂੰ ਠੀਕ ਲੱਗਦਾ ਕਰਨਾ ਚਾਹੀਦਾ ਹੈ। ਸ਼ੇਰ ਦੁੱਧ ਤੇ 20 ਸ਼ੇਰ ਪਾਣੀ, ਘੁੰਮਰ ਘੁੰਮਰ ਫਿਰੇ ਮਧਾਣੀ, ਫੋਕਾ ਦਿਖਾਵਾ ਕਰਨਾ। ਸ਼ੇਰ ਦੁੱਧ ਤੇ 20 ਸ਼ੇਰ ਪਾਣੀ, ਘੁੰਮਰ ਘੁੰਮਰ ਫਿਰੇ ਮਧਾਣੀ। ਹੁਣ ਦੇਖੋ 1 ਕਿਲੋ ਦੁੱਧ ਹੈ, ਜਾਣੀ ਕਿ ਸ਼ੇਰ ਦੁੱਧ ਹੈ, ਅਤੇ ਉਹਦੇ ਵਿੱਚ 20 ਕਿਲੋ ਪਾਣੀ ਪਾਇਆ ਹੋਇਆ, ਤਾਂ ਉਹ ਘੁੰਮਰ ਘੁੰਮਰ ਕੇ ਮਧਾਣੀ ਤਾਂ ਉਹਦੇ ਵਿੱਚ ਵੈਸੇ ਹੀ ਫਿਰੂਗੀ। ਠੀਕ ਹੈ, ਕੁਛ ਨਿਕਲਣਾ ਤਾਂ ਹੈ ਨਹੀਂ, ਫੋਕਾ ਦਿਖਾਵਾ ਹੀ ਹੈ। ਅੱਗੇ ਆ 12 ਨੰਬਰ 'ਤੇ, ਸੰਗ ਤਾਰੇ ਕੁਸੰਗ ਡੋਬੇ। ਸੰਗਤ ਦਾ ਅਸਰ ਹੁੰਦਾ ਜੀ, ਸੰਗ ਤਾਰੇ ਕੁਸੰਗ ਡੋਬੇ। ਠੀਕ ਹੈ, ਵੀ ਜਿਸ ਤਰ੍ਹਾਂ ਤੁਹਾਡਾ ਸੰਗ ਹੋਊਗਾ ਉਸ ਤਰ੍ਹਾਂ ਦੇ ਤੁਹਾਡਾ ਜਿਹੜਾ ਅਸਰ ਤੁਹਾਡੇ 'ਤੇ ਪੈਣਾ। ਹਾਂਜੀ, ਇਹਦਾ ਸੀਗਾ ਇਹ, ਸੰਗਤ ਦਾ ਅਸਰ ਪੈਂਦਾ। ਹਾਂਜੀ, 13 ਨੰਬਰ, ਹਾਂਜੀ, ਕੋ ਨਾ ਚੱਲੀ ਬਾਬਾ ਤਿਹਾਈ, ਕੋ ਨਾ ਚੱਲੀ ਬਾਬਾ ਤਿਹਾਈ, ਜਦੋਂ ਥੋੜ੍ਹਾ ਜਿਹਾ ਕੰਮ ਕਰਕੇ ਥੱਕ ਜਾਣ ਲਈ ਬਹਾਨੇ ਲੱਭਣੇ, ਤਾਂ ਉਦੋਂ ਇਹ ਵਰਤੇ, ਵੀ ਥੋੜ੍ਹਾ ਜਿਹਾ ਕੰਮ ਕਰਕੇ ਥੱਕ ਜਾਣ ਦਾ ਬਹਾਨਾ ਲੱਭਦੇ ਨੇ, ਉਹਦੇ ਲਈ ਇਹ ਵਰਤਦੇ ਨੇ ਵੀ ਕੋ ਨਾ ਚੱਲੀ ਬਾਬਾ ਤਿਹਾਈ। 14 ਨੰਬਰ 'ਤੇ ਕਹਿੰਦੇ ਗਿੱਦੜ ਦੀ ਮੌਤ, ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ। ਤਾਂ ਇਹਦਾ ਮਤਲਬ ਹੋ ਗਿਆ ਵੀ ਜਦੋਂ ਮਾੜੇ ਦਿਨ ਆਉਂਦੇ ਆ ਵਿਅਕਤੀ ਦੇ, ਤਾਂ ਉਸਦੀ ਮੱਤ ਹੈ ਜਿਹੜੀ ਉਹ ਮਾਰੀ ਜਾਂਦੀ ਹੈ। ਠੀਕ ਹੈ ਜੀ, ਦੇਖੋ ਮਾੜੇ ਦਿਨ ਆਉਣ 'ਤੇ ਵਿਅਕਤੀ ਦੀ ਮੱਤ ਮਾਰ ਜਾਣ ਕਾਰਨ ਉਹ ਉਲਟੇ ਕੰਮ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੰਦਾ। ਠੀਕ ਹੈ, ਉਸਨੂੰ ਕੁਝ ਵੀ ਸੋਚਦਾ ਨਹੀਂ ਹੈ। ਹਾਂਜੀ, ਇਹ ਸੀਗੇ ਅਖਾਣਾਂ ਦਾ ਟੌਪਿਕ। ਠੀਕ ਹੈ, ਅਖੌਤ ਜਿਸ ਨੂੰ ਕਹਿੰਦੇ ਆ ਜੀ, ਅਖੌਤਾਂ। ਠੀਕ ਹੈ, ਤੁਹਾਨੂੰ ਫੇਮਸ ਜਿਹੜੀਆਂ ਮੇਨ ਅਖੌਤਾਂ ਨੇ, ਕਾਫੀ ਜ਼ਿਆਦਾ, ਵੈਸੇ ਤਾਂ ਦੇਖਿਆ ਜਾਵੇ ਅਖੌਤਾਂ ਕਾਫੀ ਜ਼ਿਆਦਾ ਨੇ ਗਿਣਤੀ ਦੇ ਵਿੱਚ,
ਪਰ ਅਸੀਂ ਸੋਚਿਆ ਵੀ ਜੋ ਮੇਨ ਨੇ, ਠੀਕ ਹੈ, ਉਹ ਵੀ ਹੈ। ਬਾਕੀ ਜਿੱਥੋਂ ਕਿਤੇ ਤੁਹਾਨੂੰ ਹੋਰ ਵੀ ਕਿਤੋਂ ਮਿਲਦਾ ਤਾਂ ਤੁਸੀਂ ਉੱਥੋਂ ਵੀ ਪੜ੍ਹ ਲੈਣਾ, ਪਰ ਇਹ ਵੀ ਮੇਨ ਨੇ, ਇਹਨਾਂ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰਾਜੇ ਇੱਕ ਵਾਰ ਸਮਝਣਾ, ਇਹਨਾਂ ਨੂੰ ਪੜ੍ਹਨਾ। ਤੇ ਵੀਡੀਓ ਨੂੰ ਸਾਰਾ ਤੁਸੀਂ ਸੁਣਿਆ ਹੋਊਗਾ ਐਂਡ ਤੱਕ, ਦੇ ਜਿਹੜੇ MCQ ਨੇ ਉਹ ਤੁਹਾਨੂੰ ਦੱਸੇ ਨੇ ਵੀ ਇਸ ਤਰ੍ਹਾਂ ਦੇ ਪ੍ਰਸ਼ਨ ਨੇ ਜਿਹੜੇ ਐਗਜ਼ਾਮੀਨਰ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਜਿਹੜਾ ਉਹ ਪੁੱਛ ਸਕਦਾ ਹੈ, ਠੀਕ ਹੈ ਜੀ। ਤਾਂ ਸਟੂਡੈਂਟਸ ਵੀਡੀਓ ਨੂੰ ਲਾਈਕ ਕਰਨਾ ਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਵੀ ਕੋਈ ਬੱਚਾ, ਠੀਕ ਹੈ, ਵੱਧ ਤੋਂ ਵੱਧ ਫਾਇਦਾ ਇਹਦਾ ਲੈ ਸਕਣ, ਠੀਕ ਹੈ। ਤੇ ਦੂਸਰੀ ਗੱਲ, ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ, ਠੀਕ ਹੈ ਜੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।